ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 237 ਤੇ ਹੇਠੋਂ ਤੀਸਰੀ ਪੰਕਤੀ ਹੈ। ਗੌੜੀ ਮਹਲਾ ਪੰਜਵਾਂ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੈ ਵਡਿਆਈ, ਜੋ ਇਸ ਮਾਰੇ ਤਿਸਕਾ ਦੁਖ ਜਾਈ। ਐਸਾ ਕੋਇ ਜੇ ਦੁਬਦਾ ਮਾਰ ਗਵਾਵੇ, ਇਸੈ ਮਾਰ ਰਾਜ ਜੋਗ ਕਮਾਵੇ। ਪੰਚਮ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ, ਭਾਵ ਜੋ ਦੁਬਦਾ ਨੂੰ ਮਾਰ ਲੈਂਦਾ, ਕਿ ਜਿੱਥੇ ਦੁਬਦਾ ਪੈਦਾ ਹੁੰਦੀ ਹੈ ਉੱਥੇ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਹੁਣ ਦਸਮ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਕਿਹਾ, ਤੂੰ ਮੇਰਾ ਚੋਲਾ ਪਾ ਲੈ, ਘੋੜੇ 'ਤੇ ਚੜ੍ਹ ਜਾ, ਸਾਰੇ ਦਿਨ ਜਿੱਥੋਂ ਤੱਕ ਜਾਏਗਾ ਉੱਥੋਂ ਤੱਕ ਤੇਰਾ ਰਾਜ ਹੋ ਜੂ। ਮਾਮਾ ਕਹਿੰਦਾ ਲੈ ਹੋਰ ਹੋ ਜੂ। ਜਿਹਦਾ ਆਪਣਾ ਨਹੀਂ ਰਿਹਾ ਕੁਛ, ਉਹ ਤੈਨੂੰ ਰਾਜ ਕਿੱਥੇ ਦੇ ਦੂ? ਅਤੇ ਜਿਹੜਾ ਤੈਨੂੰ ਰਾਜ ਦੇਣ ਵਾਲਾ ਜੋਗਾ ਹੈਗਾ ਉਹ ਆਪਣਾ ਰਾਜ ਕਰ ਲੈਂਦਾ। ਅੰਦਰ ਦੁਬਿਧਾ ਪੈਦਾ ਹੋ ਗਈ ਵੀ ਦੋਨਾਂ 'ਚ ਕਿਹੜਾ ਠੀਕ ਹੈ। ਇਸ ਲਈ ਜਿੱਥੇ ਦੁਬਿਧਾ ਹੋਏਗੀ ਉੱਥੇ ਅਸੀਂ ਆਪਣੀ ਮੰਜ਼ਿਲ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਕਈ ਮੇਰੇ ਕੋਲ ਆ ਰਹੇ, ਸਵੇਰੇ ਮੇਰਾ ਪੇਪਰ ਹੈ ਜੀ, ਦੇਖੋ ਪਾਸ ਹੋ ਕਿ ਨਹੀਂ। ਮੈਂ ਪਹਿਲਾਂ ਨਹੀਂ ਹੁਕਮਨਾਮਾ ਲਈਦਾ। ਮੰਨ ਲਓ ਹੁਕਮਨਾਮੇ ਤੂੰ ਪਾਸ ਨਹੀਂ ਹੁੰਦਾ, ਤੇਰੇ ਤਾਂ ਪਹਿਲੇ ਡਾਊਨ ਹੋ ਗਿਆ ਮੋਰੇਲ। ਹਾਂ, ਪੇਪਰ ਦੇਣ ਤੋਂ ਬਾਅਦ ਫਿਰ ਆਈ, ਤਾਂ ਜੇ ਬਾਅਦ 'ਚ ਕੋਈ ਪਾੜ ਦਿੱਤਾ ਜਾ ਸਕੇ, ਕੋਈ ਹੱਲ ਲੱਭਿਆ ਜਾ ਸਕੇ। ਇਸ ਲਈ ਜਿਹੜੀ ਦੁਬਿਧਾ ਹੈ ਇਹ ਕਾਮਯਾਬੀ ਨਹੀਂ ਬਖਸ਼ਦੀ ਬੰਦੇ ਨੂੰ। ਇੱਕ ਪਾਸੇ ਹੋਣਾ ਪੈਂਦਾ ਜ਼ਿੰਦਗੀ 'ਚ, ਤਾਂ ਗੁਰੂ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ। ਸੂਰਤ ਬਲਵਾਨ ਨੂੰ ਕਹਿੰਦੇ, ਸੂਰਬੀਰ ਨੂੰ ਕਹਿੰਦੇ ਹਨ। ਜਿਹੜਾ ਦੁਬਿਧਾ ਨੂੰ ਮਾਰ ਲੈ ਸਮਝੋ ਬਹੁਤ ਸੂਰਬੀਰ ਹੈ। ਹੁਣ ਉਹਦੇ ਅੰਦਰ ਦੁਬਿਧਾ ਪੈਦਾ ਹੋ ਗਈ, ਜੋ ਕਹਿੰਦੇ ਨਹੀਂ ਬਈ ਤੂੰ ਸਿਆਣਾ ਕਿ ਦਸਮ ਪਾਤਸ਼ਾਹ ਸਿਆਣੇ ਨਹੀਂ। ਹੁਣ ਮੰਨ ਲਓ ਇੱਕ ਸਿੱਖ ਮੈਨੂੰ ਕਹਿੰਦੇ ਬਾਬਾ ਜੀ ਰੱਬ ਹੈ ਨਹੀਂ। ਮੈਂ ਉਹਨੂੰ ਕਹਾਂਗਾ ਮੈਨੂੰ ਇੱਕ ਗੱਲ ਦੱਸ, ਤੂੰ ਸਿਆਣਾ ਕਿ ਗੁਰੂ ਨਾਨਕ ਦੇਵ ਜੀ ਸਿਆਣੇ ਨੇ? ਮੈਨੂੰ ਬਸ ਆਹ ਦੱਸ ਦੇ। ਐਸਾ ਕੋਈ ਬੇਵਕੂਫ ਨਹੀਂ ਹੈ, ਕੋਈ ਬੇਵਕੂਫ ਨਹੀਂ ਜਿਹੜਾ ਇਹ ਕਹੇ ਵੀ ਹਾਂ ਮੈਂ ਜੀ ਗੁਰੂ ਨਾਨਕ ਦਾ ਸਿਆਣਾ। ਚੁੱਪ ਕਰ ਰਿਹਾ ਗੱਲ ਵੀ ਗੁਰੂ ਨਾਨਕ ਦੇ ਕਹਿੰਦੇ ਰੱਬ ਹੈ, ਉਹ ਤਾਂ ਇੱਕ ਓਂਕਾਰ ਤੋਂ ਗੱਲ ਸ਼ੁਰੂ ਕਰਦੇ ਨੇ, ਅਤੇ ਤੂੰ ਕਹਿ ਰਿਹਾ ਰੱਬ ਹੈ ਨਹੀਂ। ਇਸ ਲਈ ਸਿਆਣੇ ਦੀ ਗੱਲ ਮੰਨਣੀ ਚਾਹੀਦੀ ਹੈ। ਜੇ ਉਹ ਸਿੱਖ ਸਿਆਣਾ ਹੁੰਦਾ ਤਾਂ ਉਹ ਕਹਿੰਦਾ ਨਹੀਂ, ਮੈਨੂੰ ਦਸਮ ਪਾਤਸ਼ਾਹ ਨੇ ਕਿਹਾ, ਤੂੰ ਦਸਮ ਪਾਤਸ਼ਾਹ ਦੇ ਮੁਕਾਬਲੇ ਦੇ ਕੀ ਹੈ? ਫਿਰ ਤਾਂ ਉਹਨੇ ਭਜਾ ਲੈਣਾ ਸੀ ਘੋੜਾ, ਪਰ ਉਹ ਦੁਬਿਧਾ 'ਚ ਆ ਗਿਆ, ਇਸ ਕਰਕੇ ਉਹ ਕਾਮਯਾਬ ਨਾ ਹੋ ਸਕਿਆ। ਇਸ ਲਈ ਗੁਰੂ ਮਹਾਰਾਜ ਜਿਹੜਾ ਦੁਬਿਧਾ ਨੂੰ ਆਪਣੇ ਅੰਦਰੋਂ ਮਾਰ ਲੈਂਦਾ ਹੈ, ਅਸਲ 'ਚ ਉਹੀ ਸੂਰਮਾ। ਜੋ ਇਸ ਮਾਰੇ ਸੋਈ ਪੂਰਾ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਸਮਝੋ ਤਾਂ ਪੂਰਨ ਮਨੁੱਖ ਹੈ। ਜੋ ਇਸ ਮਾਰੇ ਤਿਸੈ ਵਡਿਆਈ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਸਮਝੋ ਤਾਂ ਬਹੁਤ ਵੱਡੀ ਗੱਲ ਕਰਤੀ ਉਸਨੇ, ਇਹ ਉਹਦੀ ਬੜੀ ਵੱਡੀ ਵਡਿਆਈ ਹੈ, ਕੋਈ ਦੁਬਿਧਾ ਨੂੰ ਮਾਰ ਲਿਆ। ਜੋ ਇਸ ਮਾਰੇ ਤਿਸਕਾ ਦੁਖ ਜਾਈ। ਜਿਹੜਾ ਦੁਬਿਧਾ ਨੂੰ ਖਤਮ ਕਰ ਲੈਂਦਾ ਤਾਂ ਦੁੱਖ ਹੀ ਖਤਮ ਹੋ ਜਾਂਦਾ। ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ। ਪਰ ਇਹੋ ਜਿਹਾ ਕੋਈ ਵਿਰਲਾ ਟਾਵਾਂ ਹੁੰਦਾ ਜਿਹੜਾ ਦੁਬਿਧਾ ਨੂੰ ਮਾਰ ਦਿੰਦਾ ਹੈ, ਜਿਹੜਾ ਆਪਣੇ ਅੰਦਰ ਦੁਬਿਧਾ ਨੂੰ ਖਤਮ ਕਰ ਦਿੰਦਾ ਹੈ। ਮੰਨ ਲਓ ਕੋਈ ਬੰਦਾ ਗੁਰਬਾਣੀ ਦੇ ਵਿਰੁੱਧ ਤੁਹਾਨੂੰ ਕੋਈ ਗੱਲ ਕਹਿੰਦਾ ਹੈ,
ਤੁਸੀਂ ਇਹ ਦੇਖਣਾ ਹੈ ਕਿ ਬਾਣੀ ਇਹ ਕਹਿੰਦੀ ਹੈ ਵੀ ਮੈਂ ਤੇ ਬਾਣੀ ਦੀ ਮੰਨਣੀ, ਮੈਂ ਨਹੀਂ ਤੇਰੀ ਗੱਲ ਮੰਨਦਾ। ਫਿਰ ਤਾਂ ਤੁਸੀਂ ਤਰੱਕੀ ਕਰ ਜਾਓਗੇ, ਅਤੇ ਜੇ ਤੁਹਾਨੂੰ ਉਹਦੀ ਗੱਲ ਜਚ ਗਈ ਤਾਂ ਫਿਰ ਤੁਹਾਡੀ ਤਰੱਕੀ ਨਹੀਂ ਹੋਵੇਗੀ। ਇਸ ਲਈ ਕੋਈ ਵਿਰਲਾ ਟਾਵਾਂ ਹੈ ਜਿਹੜਾ ਦੁਬਿਧਾ ਨੂੰ ਆਪਣੇ ਅੰਦਰੋਂ ਮਾਰ ਲੈਂਦਾ ਹੈ, ਅਤੇ ਜਿਹੜਾ ਦੁਬਿਧਾ ਮਾਰ ਲਏ ਗੁਰੂ ਮਹਾਰਾਜ ਇਸੈ ਮਾਰ ਰਾਜ ਜੋਗ ਕਮਾਵੇ। ਰਾਜ ਯੋਗ ਹੁੰਦਾ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਨਾਲ ਜੁੜੇ ਰਹਿਣਾ, ਇਹਨੂੰ ਕਹਿੰਦੇ ਰਾਜ ਯੋਗ। ਸਿੱਖ ਧਰਮ 'ਚ ਰਾਜ ਯੋਗੀ ਬਣਨਾ ਕਹਿ ਗੁਰੂ ਮਹਾਰਾਜ ਨੇ। ਘਰ-ਬਾਰ ਛੱਡਣਾ ਨਹੀਂ ਹੈ, ਆਪਣੇ ਗ੍ਰਸਥ 'ਚ ਰਹਿ ਕੇ, ਆਪਣੇ ਪਰਿਵਾਰ 'ਚ ਰਹਿ ਕੇ ਪਰਮਾਤਮਾ ਨਾਲ ਜੁੜੇ ਰਹਿਣਾ, ਇਹਨੂੰ ਕਹਿੰਦੇ ਰਾਜ ਯੋਗ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਸਮਝੋ ਤਾਂ ਰਾਜ ਯੋਗੀ ਹੈ, ਉਹ ਤੇ ਰਾਜ ਯੋਗ ਮਾਰਿਆ ਹੈ। ਜੋ ਇਸ ਮਾਰੇ ਤਿਸ ਕੋ ਭਉ ਨਾਹੀਂ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ। ਹੁਣ ਤੁਸੀਂ ਕਹੋਗੇ ਵੀ ਐਂ ਡਰ ਕੇ ਵੀ ਖਤਮ ਹੋ ਜਾਂਦਾ। ਗੁਰਬਾਣੀ ਕਹਿੰਦੇ ਮਾਰੈ ਰਾਖੈ ਏਕੋ ਆਪ, ਮਾਨਸ ਕੇ ਕਿਛ ਨਾਹੀਂ ਹਾਥ। ਮਾਰਨ ਵਾਲਾ ਵੀ ਤੇ ਰੱਖਣ ਵਾਲਾ ਪਰਮਾਤਮਾ, ਮਨੁੱਖ ਦੇ ਹੱਥ ਤਾਂ ਕੁਛ ਹੈ ਹੀ ਨਹੀਂ ਹੈ। ਅਤੇ ਜਦੋਂ ਇਹ ਹੋਏਗਾ ਕਿ ਜਦ ਪਰਮਾਤਮਾ ਹੁਕਮ ਕਰੇਗਾ ਮੈਨੂੰ ਮਾਰਨ ਦਾ ਤਾਂ ਮੈਨੂੰ ਕੋਈ ਮਾਰ ਸਕਦਾ, ਨਹੀਂ ਤਾਂ ਮੈਨੂੰ ਮਾਰ ਹੀ ਨਹੀਂ ਸਕਦਾ। ਡਰ ਖਤਮ ਹੋ ਗਿਆ। ਹੁਣ ਤਾਂ ਸਾਰੇ ਹਥਿਆਰ ਲਈ ਫਿਰਦੇ ਨੇ, ਕੋਈ ਮਾਰ ਨਾ ਦੇਵੇ ਜੀ। ਵਿਸ਼ਵਾਸ ਨਹੀਂ ਨਾ, ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ ਹੈਗਾ ਸਿੱਖ ਨੂੰ। ਗੁਰੂ ਮਹਾਰਾਜ ਮਾਰੈ ਰੱਖੈ ਏਕੋ ਆਪ, ਮਾਰਨ ਵਾਲਾ ਅਤੇ ਰੱਖਿਆ ਕਰਨ ਵਾਲਾ ਤਾਂ ਪਰਮਾਤਮਾ ਹੈ। ਮਾਨਸ ਕੇ ਕਿਛ ਨਾਹੀਂ ਹਾਥ, ਇਸ ਮਨੁੱਖ ਦੇ ਹੱਥ 'ਚ ਕੀ ਹੈ ਵੀ ਕਿਸੇ ਨੂੰ ਮਾਰ ਸਕੇ ਹੈ। ਜੇ 100% ਵਿਸ਼ਵਾਸ ਹੋ ਜੇ ਹੁਣੀ ਡਰ ਖਤਮ, ਹੁਣੀ ਡਰ ਖਤਮ ਹੋ ਜਾਏਗਾ। ਪਰ ਮਨੁੱਖ ਦੁਬਿਧਾ ਦੇ ਵਿੱਚ ਹੈ, ਕਦੇ ਸੰਸਾਰ ਵਾਲੇ ਪਾਸੇ ਨੂੰ ਹੋ ਜਾਂਦਾ ਹੈ, ਕਦੇ ਬਾਣੀ ਵਾਲੇ ਪਾਸੇ ਨੂੰ ਹੋ ਜਾਂਦਾ ਹੈ, ਇੱਕੋ ਪਾਸੇ ਨਹੀਂ ਰਹਿੰਦਾ ਹੈ। ਜੇ ਕਿਤੇ ਬਾਣੀ ਵਾਲੇ ਪਾਸੇ ਨੂੰ ਤੁਰਿਆ ਜਾਏ ਤਾਂ ਇਸੇ ਜਨਮ ਜੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ, 2-4 ਜਨਮਾਂ ਦੀ ਲੋੜ ਹੀ ਨਹੀਂ ਹੈ। ਜੋ ਇਸ ਮਾਰੇ ਤਿਸ ਕੋ ਭਉ ਨਾਹੀਂ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਨੂੰ ਕੋਈ ਡਰ ਨਹੀਂ ਲੱਗਦਾ। ਜੋ ਇਸ ਮਾਰੇ ਸੋ ਨਾਮ ਸਮਾਹੇ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਜਪਦਿਆਂ ਜਪਦਿਆਂ ਸਾਡੀ ਬਿਰਤੀ ਨਾਮ ਦੇ ਵਿੱਚ ਲੀਨ ਹੋ ਜਾਂਦੀ ਹੈ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੇ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਦੀ ਤ੍ਰਿਸ਼ਨਾ ਹੀ ਖਤਮ ਹੋ ਜਾਂਦੀ ਹੈ। ਜੋ ਇਸ ਮਾਰੇ ਸੋ ਦਰਗਾਹ ਸਿਜੇ। ਇਹਨੂੰ ਦਰਗਾਹ ਬੋਲੇ, ਇਹ ਫਾਰਸੀ ਦਾ ਸ਼ਬਦ ਹੈ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਪਰਮਾਤਮਾ ਦੀ ਦਰਗਾਹ 'ਚ ਉਹ ਕਾਮਯਾਬ ਹੋ ਜਾਂਦਾ ਹੈ, ਉਹ ਸਫਲਾ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਿਸ ਕੋ ਭਉ ਨਾਹੀਂ। 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 ਜੋ ਇਸ ਮਾਰੇ ਸੋ ਨਾਮ ਸਮਾਹੇ। ਜੋ ਇਸ ਮਾਰੇ ਸੋ ਨਾਮ ਸਮਾਹੇ। ਮਾਰੇ ਨਾਮ ਸਮਾਹੇ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ। ਜੋ ਇਸ ਮਾਰੇ
ਤਿਸ ਕੀ ਤ੍ਰਿਸ਼ਨਾ ਬੁਝੈ ਸਮਾਰੇ, ਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ, ਸੋ ਦਰਗਾ ਸਜੈ। ਜੋ ਇਸ ਮਾਰੇ, ਸੋ ਦਰਗਾ ਸਜੈ। ਸੋ ਦੁਬਿਧਾ ਨੂੰ ਮਾਰਨ ਦਾ ਇੱਕੋ ਹੀ ਢੰਗ ਹੈ ਕਿ ਬਾਣੀ ਦੇ ਵਿੱਚ 100% ਵਿਸ਼ਵਾਸ ਰੱਖਣਾ, ਕਿ ਜੋ ਬਾਣੀ ਕਹਿੰਦੀ ਹੈ 100% ਸੱਚ ਹੈ। ਇੱਕ ਬਾਣੀ ਜੋ ਕਹਿੰਦੀ ਹੈ ਮੇਰੇ ਭਲੇ ਲਈ ਕਹਿੰਦੀ ਹੈ, ਕੋਈ ਕੁਛ ਕਹੀ ਜਾਵੇ। ਕਰੋੜਾਂ ਲੋਕ ਨੇ ਜਿਹੜੇ ਕਹਿੰਦੇ ਰੱਬ ਹੈ ਨਹੀਂ, ਕਰੋੜਾਂ ਲੋਕ ਨੇ, ਇੱਕ ਅੱਧਾ ਨਹੀਂ, ਕਰੋੜਾਂ ਲੋਕ ਨੇ ਸੰਸਾਰ 'ਚ ਜਿਹੜੇ ਕਹਿੰਦੇ ਰੱਬ ਹੈ ਨਹੀਂ, ਪਰ ਸਿੱਖ ਨੇ ਕਦੇ ਸੁਪਨੇ 'ਚ ਵੀ ਇਹ ਗੱਲ ਨਹੀਂ ਕਹਿਣੀ ਕਿ ਰੱਬ ਹੈ ਨਹੀਂ। ਉਹਨੇ ਕਹਿੰਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਰੱਬ ਹੈ, ਬਸ ਹੈ। ਕਿਸੇ ਵਿਅਕਤੀ ਦੇ ਮਗਰ ਨਹੀਂ ਲੱਗਣਾ ਹੈ। ਜੋ ਵੀ ਤੁਹਾਨੂੰ ਗੁਰਬਾਣੀ ਦੇ ਵਿਰੁੱਧ ਕੋਈ ਗੱਲ ਕਹਿੰਦਾ ਉਹਦੀ ਮੰਨਣੀ ਹੀ ਨਹੀਂ ਹੈ। ਬਸ ਗੁਰਬਾਣੀ ਅਨੁਸਾਰ ਚੱਲੀ ਜਾਣਾ, ਫਿਰ ਕੋਈ ਦੁਬਿਧਾ ਮਨ 'ਚ ਨਹੀਂ ਰਹਿੰਦੀ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋ ਧਨਵੰਤਾ। ਧਨਵੰਤਾ ਅਮੀਰ ਨੂੰ ਕਹਿੰਦੇ ਨੇ, ਧਨ ਵਾਲਾ, ਵੰਤਾ ਮੈਨੇ ਵਾਲਾ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਤੇ ਧਨ ਵਾਲਾ ਹੋ ਜਾਂਦਾ ਹੈ, ਉਹ ਤੇ ਅਮੀਰ ਹੋ ਜਾਂਦਾ ਹੈ। ਜੋ ਇਸ ਮਾਰੇ ਸੋ ਪਤਵੰਤਾ। ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਤੇ ਇੱਜ਼ਤ ਵਾਲਾ ਹੋ ਜਾਂਦਾ। ਪਤ ਵੰਤਾ, ਪਤ ਵਾਲਾ, ਇੱਜ਼ਤ ਵਾਲਾ। ਜੋ ਇਸ ਮਾਰੇ ਸੋਈ ਜਤੀ। ਜਿਹੜਾ ਦੁਬਿਧਾ ਨੂੰ ਮਾਰ ਲਓ ਤੇ ਜਤੀ ਹੁੰਦਾ, ਉੱਚੇ ਆਚਰਣ ਵਾਲਾ ਹੋ ਜਾਂਦਾ ਹੈ। ਜੋ ਇਸ ਮਾਰੇ ਤਿਸ ਹੋਵੇ ਗਤੀ। ਅਤੇ ਜਿਹੜਾ ਦੁਬਿਧਾ ਨੂੰ ਮਾਰੇ ਉਹਦੀ ਗਤੀ ਹੋ ਜਾਂਦੀ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸੋ ਜਿਉਂ-ਜਿਉਂ ਅਸੀਂ ਗੁਰਬਾਣੀ ਅਨੁਸਾਰ ਜੀਵਨ ਜਿਵੇਂ ਜਿਵਾਂਗੇ, ਅਸੀਂ ਵੈਸੇ ਅਮੀਰ ਹੋ ਜਾਵਾਂਗੇ। ਬਾਣੀ 'ਤੇ ਵਿਸ਼ਵਾਸ ਰੱਖਣ ਵਾਲਾ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ ਗਰੀਬ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਗਰੀਬੀ ਦਾ ਕਾਰਨ ਹੁੰਦਾ ਹੈ। ਜੇ ਕੋਈ ਗਰੀਬ ਹੈ ਤਾਂ ਉਹਦੇ ਇੱਕ ਕਾਰਨ ਹੈ। ਉਹਨੇ ਪਿਛਲੇ ਜਨਮ 'ਚ ਮਾੜੇ ਕਰਮ ਕੀਤੇ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਰਿਸ਼ਵਤਖੋਰੀ ਕੀਤੀ, ਕਿਹਦੀ ਜ਼ਮੀਨ ਦੱਬ ਲਈ, ਕਿਹਦਾ ਪਲਾਟ ਦੱਬ ਲਿਆ, ਕਿਹਦੇ ਪੈਸੇ ਲੈ ਕੇ ਮੁੱਕਰ ਗਿਆ। ਨਤੀਜਾ ਕੀ ਨਿਕਲਿਆ? ਉਹਨੂੰ ਇਸ ਜਨਮ 'ਚ ਗਰੀਬੀ ਮਿਲ ਗਈ। ਹੁਣ ਜਿੰਨੇ ਮਰਜ਼ੀ ਪਾਪੜ ਵੇਲੀ ਜਾਵੇ ਤੇ ਗਰੀਬੀ ਦੂਰ ਨਹੀਂ ਹੋਵੇਗੀ। ਮੈਂ ਕਈਆਂ ਨੂੰ ਸਮਝਾ ਕੇ ਦੇਖ ਲਿਆ ਹੈ ਕਿ ਤੁਸੀਂ ਸ਼ਰਾਬ ਛੱਡ ਦਿਓ, ਤੁਹਾਡੀ ਗਰੀਬੀ ਦੂਰ ਹੋ ਜਾਏਗੀ, ਪਰ ਨਹੀਂ ਛੱਡਦੇ, ਕਿਉਂਕਿ ਭਾਗਾਂ 'ਚ ਗਰੀਬੀ ਲਿਖੀ ਹੋਈ ਹੈ। ਇਹ ਹੁਣ ਕਿਵੇਂ ਗਰੀਬੀ ਦੂਰ ਹੋਵੇਗੀ? ਬਾਣੀ ਕਹਿੰਦੇ ਜਿਸ ਕਾਰਨ ਗਰੀਬੀ ਮਿਲੀ ਹੈ, ਜਿੰਨਾ ਚਿਰ ਉਹ ਕਾਰਨ ਦੂਰ ਨਹੀਂ ਹੁੰਦਾ, ਗਰੀਬੀ ਦੂਰ ਨਹੀਂ ਹੋਵੇਗੀ। ਅਤੇ ਕਾਰਨ ਹੈ ਸਾਡੇ ਪਿਛਲੇ ਜਨਮ ਦੇ ਪੁੱਠੇ ਕਰਮ। ਕਰਮ ਜਿਹੜੇ ਨੇ ਉਹ ਨਾਮ ਜਪੇ ਬਿਨਾਂ ਜਾਂ ਬਾਣੀ ਪੜ੍ਹੇ ਬਿਨਾਂ ਖਤਮ ਨਹੀਂ ਹੁੰਦੇ। ਰੋਈ ਜਾਓ, ਪਿੱਟੀ ਜਾਓ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਕਰਮ ਭੋਗਣ ਤੋਂ ਬਿਨਾਂ ਖਤਮ ਨਹੀਂ ਹੁੰਦੇ। ਅਗਰ ਤੁਸੀਂ ਹੁਣ ਕਰਮ ਬਦਲਣੇ ਨੇ, ਫਿਰ ਤੁਹਾਨੂੰ ਬਾਣੀ ਪੜ੍ਹਨੀ ਪਏਗੀ, ਨਾਮ ਜਪਣਾ ਪਏਗਾ। ਜਿਸ ਕਰਮ ਕਾਰਨ ਗਰੀਬੀ ਮਿਲੀ, ਫਿਰ ਸਮਾਂ ਪਾ ਕੇ ਹੌਲੀ ਹੌਲੀ ਉਹ ਕਰਮ ਖਤਮ ਹੋ ਜਾਏਗਾ ਅਤੇ ਫਿਰ ਸਾਡੀ ਗਰੀਬੀ ਵੀ ਦੂਰ ਹੋ ਜਾਏਗੀ। ਸੋ ਇਸ ਲਈ ਜੋ ਗੁਰਬਾਣੀ ਦੇ ਲੜ ਲੱਗ ਗਿਆ ਹੈ, ਜਿਹੜਾ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਹੈ, ਉਹ ਅਮੀਰ ਹੋ ਜਾਂਦਾ, ਉਹ ਨਹੀਂ ਗਰੀਬ ਰਹਿੰਦਾ।
ਸਾਡਾ ਜੀਵਨ ਹੀ ਬਾਣੀ ਅਨੁਸਾਰ ਨਹੀਂ ਹੈ, ਇਸ ਲਈ ਅਸੀਂ ਜ਼ਿੰਦਗੀ ਧੱਕੇ ਤੁਹਾਡੇ ਖਾ ਰਹੇ। ਸੋ ਗੁਰੂ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋ ਧਨਵੰਤਾ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਅਮੀਰ ਹੋ ਜਾਂਦਾ ਹੈ। ਜੋ ਇਸ ਮਾਰੇ ਸੋ ਪਤਵੰਤਾ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਇੱਜ਼ਤਦਾਰ ਹੋ ਜਾਂਦਾ ਹੈ। ਜੋ ਇਸ ਮਾਰੇ ਸੋਈ ਜਤੀ, ਅਤੇ ਜਿਹੜਾ ਇਹਨੂੰ ਮਾਰ ਲੈਂਦਾ ਦੁਬਿਧਾ ਨੂੰ ਮਾਰ ਲੈਂਦਾ ਉਹ ਉੱਚੇ ਆਚਰਣ ਵਾਲਾ ਹੋ ਜਾਂਦਾ ਹੈ। ਜੋ ਇਸ ਮਾਰੇ ਤਿਸ ਹੋਵੇ ਗਤੀ, ਜਿਹੜਾ ਦੁਬਿਧਾ ਨੂੰ ਮਾਰ ਲਓ ਉਹਦੀ ਗਤੀ ਹੋ ਜਾਂਦੀ, ਮੁਕਤੀ ਹੋ ਜਾਂਦੀ। ਜੋ ਇਸ ਮਾਰੇ ਤਿਸ ਕਾ ਆਇਆ ਗਣੀ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਦਾ ਆਇਆ ਗਿਣਤੀ 'ਚ ਹੋ ਜਾਂਦਾ ਹੈ। ਭਾਵ ਉਹਦਾ ਆਉਣਾ ਸਫਲਾ ਹੈ, ਕਿਉਂਕਿ ਉਸੇ ਆਪਣੇ ਦਾ ਦੁਬਿਧਾ ਮਾਰ ਲਈ ਹੈ। ਹੁਣ ਉਹਦੀ ਲਾਈਨ ਕਲੀਅਰ ਹੋ ਗਈ ਹੈ, ਬਸ ਉਹ ਲੱਗਾ ਹੈ। ਜਿਵੇਂ ਕੋਈ ਬੰਦਾ ਹੈ, ਉਹਨੇ ਜਾਣਾ ਨਾਭੇ ਨੂੰ, ਉਹ ਦੂਹਨਾਰ ਕੋਲੋਂ ਤੁਰ ਪਿਆ ਹੈ। ਅੱਗੇ ਜਾ ਕੇ ਜਿਹੜਾ ਹੈ 2 ਸੜਕਾਂ ਹੋ ਗਈਆਂ, ਥਾਪਰ ਕਾਲਜ ਦੇ ਵੱਲ ਕੇ ਇੱਕ ਥਾਪਰ ਕਾਲਜ ਵਾਲੇ ਪਾਸੇ ਨੂੰ ਹੋ ਗਈ, ਇੱਕ ਦੂਜੇ ਪਾਸੇ ਨੂੰ ਹੋ ਗਈ। ਮੰਨ ਲਓ ਉੱਥੇ ਕੋਈ ਬੰਦਾ ਵੀ ਨਾ ਖੜਾ ਹੋਵੇ ਅਤੇ ਉੱਥੇ ਬੋਰਡ ਵੀ ਨਾ ਲੱਗਾ ਹੋਵੇ, ਤਾਂ ਉਹ ਬੰਦਾ ਦੁਬਿਧਾ 'ਚ ਪੈ ਜਾਏਗਾ ਕਿ ਨਾਭਾ ਖੱਬੇ ਪਾਸੇ ਨੂੰ ਹੈ ਕਿ ਸੱਜੇ ਪਾਸੇ ਨੂੰ ਹੈ। ਦੁਬਿਧਾ ਹੋਣ ਕਰਕੇ ਉਹਦੀ ਯਾਤਰਾ ਕੰਪਲੀਟ ਨਹੀਂ ਹੋ ਸਕਦੀ, ਕਦੇ ਖੱਬੇ ਜਾਏਗਾ ਕਦੇ ਸੱਜੇ ਜਾਏਗਾ। ਜੇ ਉੱਥੇ ਕੋਈ ਦੱਸਣ ਵਾਲਾ ਹੋਵੇ ਕਿ ਬੰਦਾ ਹਲਕਾ ਜੀ ਨਾਭੇ ਨੂੰ ਕਿਹੜੀ ਸੜਕ, ਉਹ ਕੋ ਦੱਸੋ ਪਈ ਹੋ ਜਾਂਦੀ ਹੈ, ਉਹ ਫਿਰ ਆਪਣਾ ਸਫ਼ਰ ਕੰਪਲੀਟ ਕਰ ਲਏਗਾ। ਜਾਂ ਉੱਥੇ ਬੋਰਡ ਲੱਗਾ ਹੋਵੇ। ਸੋ ਜਿੱਥੇ ਦੁਬਿਧਾ ਹੁੰਦੀ ਉੱਥੇ ਕਾਮਯਾਬੀ ਨਹੀਂ ਮਿਲਿਆ ਕਰਦੀ, ਭਟਕਣਾ ਹੁੰਦੀ ਹੈ ਉੱਥੇ। ਇਸ ਲਈ ਕਹਿੰਦੇ ਇਸ ਸੰਸਾਰ 'ਚ ਆਇਆ ਉਸੇ ਦਾ ਹੀ ਸਫਲ ਹੈ ਜਿਹੜਾ ਦੁਬਿਧਾ ਨੂੰ ਖਤਮ ਕਰ ਲੈਂਦਾ ਹੈ। ਜੋ ਇਸ ਮਾਰੇ ਸੋ ਨਿਚਲ ਧਨੀ, ਜਿਹੜਾ ਇਸ ਨੂੰ ਮਾਰ ਲੈਂਦਾ ਸਦਾ ਲਈ ਅਮੀਰ ਹੋ ਜਾਂਦਾ। ਨਿਚਲ ਇਹ ਨਹੀਂ ਕਦੇ ਅਮੀਰ ਕਿਤੇ ਗਰੀਬ, ਕਦੇ ਅਮੀਰ ਅਤੇ ਕਦੇ ਗਰੀਬ ਹੈ, ਨਹੀਂ, ਉਹ ਤਾਂ ਸਦਾ ਲਈ ਅਮੀਰ ਹੋ ਜਾਂਦਾ। ਜੋ ਇਸ ਮਾਰੇ ਸੋ ਵਡ ਭਾਗਾ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਵੱਡੇ ਭਾਗਾਂ ਵਾਲਾ ਹੁੰਦਾ ਹੈ। ਜੋ ਇਸ ਮਾਰੇ ਸੋ ਅਣਦਿਨ ਜਾਗਾ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਦਿਨ ਰਾਤ ਜਾਗਦਾ ਹੈ। ਜਾਗਣ ਤੋਂ ਮਤਲਬ ਸੁਚੇਤ ਰਹਿੰਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ 'ਤੇ ਹਮਲਾ ਨਾ ਕਿਤੇ ਕਰ ਦੇਣ। ਉਹ ਸੁਚੇਤ ਰਹਿੰਦਾ ਹੈ, ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖਦਾ ਹੈ। ਕਿਉਂ? ਉਹਦੇ 'ਤੇ ਦੁਬਿਧਾ ਨਹੀਂ ਹੈ, ਉਹ ਬਾਣੀ ਵਾਲੇ ਪਾਸੇ ਨੂੰ ਹੋ ਗਿਆ ਹੈ। ਉਹਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਦਾ ਸਿਮਰਨ ਜਿਹੜਾ ਹੈ ਇਹ ਮੇਰੇ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਿਤੇ ਖਤਮ ਕਰ ਦੇਗਾ। ਇਸ ਲਈ ਲੱਗਾ ਰਹਿੰਦਾ। ਜੋ ਇਸ ਮਾਰੇ ਸੋ ਜੀਵਨ ਮੁਕਤ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਜਿਉਂਦੇ ਹੀ ਮੁਕਤ ਹੈ। ਕਬੀਰ ਸਾਹਿਬ ਕਹਿੰਦੇ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਮੁਕਤੀ ਪਤਾ ਨਹੀਂ ਕਿਸੇ ਨੂੰ ਮਿਲਦੀ ਕਿ ਨਹੀਂ ਮਿਲਦੀ। ਕਹਿੰਦੇ ਜਿਉਂਦੇ ਹੀ ਮੁਕਤ ਹੋਣਾ ਹੈ। ਅਤੇ ਮੁਕਤ ਕਾਹਦੇ ਤੋਂ ਹੋਣਾ? ਬੁਰਾਈਆਂ ਤੋਂ। ਬੁਰਾਈਆਂ ਜਿਹੜੀਆਂ ਨੇ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀਆਂ। ਇਹ 5 ਬੁਰਾਈਆਂ 'ਚ ਇੱਕ ਵੀ ਅੰਦਰ ਬੁਰਾਈ ਹੈ, ਤੁਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਜਿੰਨਾ ਮਰਜ਼ੀ ਪਾਠ ਕਰੀ ਜਾਓ, ਸਿਮਰਨ ਕਰੀ ਜਾਓ, ਜਦੋਂ ਬੁਰਾਈਆਂ ਖਤਮ ਹੋਣਗੀਆਂ ਫਿਰ ਜਾ ਕੇ ਗੱਲ ਬਣੇਗੀ। ਇਸ ਲਈ ਕਹਿੰਦੇ ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਤਾਂ ਜਿਉਂਦਾ ਹੀ ਮੁਕਤ ਹੈ। ਕਿਉਂ? ਉਹ ਬੁਰਾਈਆਂ ਨੂੰ ਫਤਿਹ ਕਰ ਲੈਂਦਾ। ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਦੀ ਜੀਵਨ ਜਾਚ ਜਿਹੜੀ ਆ ਉਹ ਸਹੀ ਹੋ ਜਾਂਦੀ, ਉਹਦਾ ਜੀਵਨ ਨਿਰਮਲ ਹੋ ਜਾਂਦਾ ਹੈ। ਉਹ ਜ਼ਿੰਦਗੀ 'ਚ ਕੋਈ ਗਲਤ ਕਰਮ ਨਹੀਂ ਕਰਦਾ। ਜੇ ਅਸੀਂ ਸੱਚੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਲੱਗ ਜਾਈਏ ਤਾਂ ਗਲਤ ਕਰਮ ਹੋ ਹੀ ਨਹੀਂ ਸਕਦਾ। ਅਸੀਂ ਕੁਝ ਜੀਵਨ ਜਿਹੜਾ ਗੁਰਬਾਣੀ ਅਨੁਸਾਰ ਕਰ ਲੈਂਦੇ, ਕੁਝ ਆਪਣੀ ਮਰਜ਼ੀ ਕਰ ਲੈਂਦੇ, ਫਿਰ ਆਪਣੀ ਮਰਜ਼ੀ ਨਹੀਂ ਚੱਲੇਗੀ। ਫਿਰ ਤਾਂ ਦੁਬਿਧਾ ਹੋ ਗਈ, ਕਦੇ ਆਪਣੀ ਮਰਜ਼ੀ ਅਤੇ ਕਦੇ ਗੁਰੂ ਦੀ ਮਰਜ਼ੀ, ਕਦੇ ਗੁਰੂ ਦੀ ਮਰਜ਼ੀ ਅਤੇ ਕਦੇ ਆਪਣੀ ਮਰਜ਼ੀ।
ਦੁਬਿਧਾ ਦੇ 'ਚ ਕਾਮਯਾਬੀ ਨਹੀਂ ਮਿਲਿਆ ਕਰਦੀ, ਇੱਕੋ ਪਾਸੇ ਲੱਗਣਾ ਪੈਣਾ। ਗੁਰੂ ਵਾਲਾ ਪਾਸਾ ਜਿਹੜਾ ਹੈ ਇਹ ਸਭ ਤੋਂ ਵਧੀਆ ਪਾਸਾ, ਸੁਖਦਾਈ ਪਾਸਾ ਹੈ, ਕਿਉਂਕਿ ਗੁਰੂ ਵਾਲੇ ਪਾਸੇ 'ਚ ਆ ਕੇ ਬੰਦਾ ਕੋਈ ਮਾੜਾ ਕਰਮ ਹੀ ਨਹੀਂ ਕਰਦਾ, ਨਾ ਮਾੜਾ ਕੰਮ ਕਰੇ, ਨਾ ਉਹਨੂੰ ਕੋਈ ਦੁੱਖ ਹੋਵੇ। ਇਸ ਲਈ ਬਾਣੀ ਵਾਲਾ ਪਾਸਾ ਹੀ ਅਖਤਿਆਰ ਕਰਨਾ ਚਾਹੀਦਾ, ਕਿਸੇ ਦੀ ਗੱਲਾਂ 'ਚ ਨਹੀਂ ਹੋਣਾ ਚਾਹੀਦਾ। ਕਿ ਆਪਣੇ ਗੁਰੂ ਨੂੰ ਸਭ ਤੋਂ ਵੱਧ ਸਿਆਣਾ ਸਮਝਣਾ ਚਾਹੀਦਾ ਕਿ ਮੇਰਾ ਗੁਰੂ ਸਾਰੇ ਸੰਸਾਰ ਤੋਂ ਵੱਧ ਸਿਆਣਾ ਹੈ। ਨੰਬਰ 2, ਬਾਣੀ ਕਹਿੰਦੇ ਗੁਰੂ ਗਲਤ ਨਹੀਂ ਹੁੰਦਾ ਕਦੇ, ਗੁਰੂ ਕਦੇ ਗਲਤ ਨਹੀਂ ਹੁੰਦਾ। ਤੁਸੀਂ ਕਹੋ ਕਿਉਂ ਨਹੀਂ ਗਲਤ ਹੁੰਦਾ? ਕਿਉਂ ਗਲਤੀ ਨਹੀਂ ਕਰਦਾ? ਜਿਹੜਾ ਗੁਰੂ ਹੁੰਦਾ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ 'ਚ ਮੈਂ ਹੁੰਦੀ ਨਹੀਂ ਹੈ, ਉਹਦੇ ਆਪਣੇ ਵਿਚਾਰ ਹੁੰਦੇ ਹੀ ਨਹੀਂ, ਉਹਦੇ ਤਾਂ ਰੱਬੀ ਵਿਚਾਰ ਹੁੰਦੇ ਨੇ, ਅਤੇ ਰੱਬੀ ਵਿਚਾਰ ਜਿਹਦੇ ਕੋਲ ਹੋਣਗੇ ਉਹ ਤਾਂ ਗਲਤੀ ਕਰ ਹੀ ਨਹੀਂ ਸਕਦਾ। ਗਲਤੀ ਉਹੀ ਮਨੁੱਖ ਕਰਦਾ ਜਿਹਦੇ ਆਪਣੇ ਵਿਚਾਰ ਨੇ। ਇਸ ਲਈ ਬ੍ਰਹਮ ਗਿਆਨੀ ਗਲਤੀ ਕਰਦੇ ਹੀ ਨਹੀਂ, ਅਤੇ ਸਿੱਖ ਧਰਮ ਦੇ ਵਿੱਚ ਦਸੇ ਦੇ ਦਸੇ ਗੁਰੂ ਬ੍ਰਹਮ ਗਿਆਨੀ ਸਨ, ਇਸ ਲਈ ਉਹ ਗਲਤੀ ਕਰ ਹੀ ਨਹੀਂ ਸਨ ਸਕਦੇ। ਇਸ ਲਈ ਗੁਰੂ ਵਾਲਾ ਪਾਸਾ ਹੀ ਸਭ ਤੋਂ ਵਧੀਆ ਪਾਸਾ, ਸੁਖਦਾਈ ਪਾਸਾ ਹੁੰਦਾ ਹੈ। ਜੋ ਇਸ ਮਾਰੇ ਸੋਈ ਸੋ ਗਿਆਨੀ, ਸੋ ਚੰਗੇ ਨੂੰ ਕਹਿੰਦੇ ਸਪੁੱਤਰ। ਆਪਾਂ ਵੈਸੇ ਹੀ ਸਪੁੱਤਰ ਲਿਖਣ ਲੱਗ ਪਏ, ਸੱਸੇ ਨੂੰ ਔਂਕੜ ਹਟ ਹੀ ਗਈ ਹੈ। ਕਿਸੇ ਨੂੰ ਕਹੋ ਫਲਾਣਾ ਸਿੰਘ ਸਪੁੱਤਰ ਫਲਾਣਾ ਸਿੰਘ, ਉਹ ਸੱਸਾ ਪੱਪੇ ਨੂੰ ਔਂਕੜ ਉੱਤੇ ਤਤਾਰਾ ਪਾਉਂਦਾ ਹੈ। ਸ ਨਹੀਂ ਸੋ, ਕਪੁੱਤਰ ਕੱਕੇ ਨੌਕਰ ਕੋ ਮੈਨੂੰ ਭੈੜਾ ਕਪੁੱਤਰ, ਭੈੜਾ ਪੁੱਤਰ, ਸੋ ਚੰਗਾ ਸਪੁੱਤਰ। ਜੇ ਸਪੁੱਤਰ ਲਿਖਣਾ ਸੱਸੇ ਨੂੰ ਔਂਕੜ ਪਾਉਣਾ, ਪੱਪੇ ਨੂੰ ਔਂਕੜ ਤਾਂ ਪਏਗਾ ਹੀ ਪਏਗਾ, ਪੁੱਤਰ ਹੈ। ਪਰ ਆਮ ਸਪੁੱਤਰ ਲੋਕ ਸੱਸਾ ਪੱਪੇ ਨੂੰ ਔਂਕੜ ਤਤਾਰਾ ਪਾਉਂਦੇ। ਸੱਸੇ ਨੂੰ ਔਂਕੜ ਨਾਲ ਸਹੀ ਹੈ, ਉਹ ਹੁੰਦਾ ਚੰਗਾ ਸਪੁੱਤਰ, ਚੰਗਾ ਪੁੱਤਰ, ਕਪੁੱਤਰ ਭੈੜਾ ਪੁੱਤਰ। ਸੁਪਤਨੀ ਉਹ ਠੀਕ ਲਿਖਦੇ ਨੇ ਲੋਕ, ਸਪਤਨੀ ਨਹੀਂ ਲਿਖਦੇ, ਸੁਪਤਨੀ ਲਿਖਦੇ ਨੇ। ਪਰ ਸਪੁੱਤਰ ਮੈਂ ਦੇਖਿਆ ਸੱਸੇ ਨੂੰ ਔਂਕੜ ਕੋਈ ਵਿਰਲਾ ਟਾਮਾ ਪਾਉਂਦਾ। ਉਹਨਾਂ ਕੋਲ ਪੰਜਾਬੀ ਲਿਖੇ ਸਪੁੱਤਰ, ਕੋਈ ਵੀ ਨਹੀਂ ਪਾਉਂਦਾ ਔਂਕੜ। ਉਹਨਾਂ ਕੋਲ ਸਪਤਨੀ ਫਿਰ ਪਾਉਂਦੇ ਨੇ, ਉੱਥੇ ਸੱਸੇ ਨੂੰ ਔਂਕੜ ਪਾਉਂਦੇ ਸਪਤਨੀ, ਚੰਗੀ ਪਤਨੀ। ਸੋ ਅੱਗੇ ਤੋਂ ਖਿਆਲ ਕਦੇ ਸਪੁੱਤਰ ਲਿਖਣਾ ਪੈ ਜਾਏ ਪੰਜਾਬੀ, ਸੱਸੇ ਨੂੰ ਔਂਕੜ ਪਾਉਣਾ, ਸੋ ਚੰਗੇ ਨੂੰ ਕਹਿੰਦੇ ਨੇ। ਜੋ ਇਸ ਮਾਰੇ ਸੋਈ ਸੋ ਗਿਆਨੀ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਤਾਂ ਵਧੀਆ ਗਿਆਨੀ ਹੁੰਦਾ। ਜੋ ਇਸ ਮਾਰੇ ਸੋ ਸਹਿਜ ਧਿਆਨੀ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹਦਾ ਰੱਬ ਨਾਲ ਧਿਆਨ ਜੁੜ ਜਾਂਦਾ। ਸਹਿਜ ਪਰਮਾਤਮਾ ਨੂੰ ਕਹਿੰਦੇ ਨੇ, ਉਹਦਾ ਤਾਂ ਪਰਮਾਤਮਾ ਨਾਲ ਧਿਆਨ ਜੁੜ ਜਾਂਦਾ ਹੈ। ਕਿਉਂ? ਦੂਜੇ ਪਾਸੇ ਨੂੰ ਜਾਂਦੇ ਦੁਬਿਧਾ ਅੰਦਰ ਹੈ ਹੀ ਨਹੀਂ। ਜੇ ਅੰਦਰ ਦੁਬਿਧਾ ਆਏ ਤਾਂ ਕਦੇ ਸਾਡਾ ਇਸ ਪਾਸੇ ਖਿਆਲ, ਕਦੇ ਇਸ ਪਾਸੇ ਖਿਆਲ ਹੋਏਗਾ। ਅੰਦਰ ਦੁਬਿਧਾ ਹੀ ਕਿ ਨਹੀਂ, ਇੱਕੋ ਪਾਸੇ ਨੂੰ ਹੀ ਖਿਆਲ ਹੈ। ਇਸ ਲਈ ਪਰਮਾਤਮਾ ਨਾਲ ਧਿਆਨ ਜੁੜ ਜਾਂਦਾ ਬੰਦੇ ਦਾ। ਜਿਵੇਂ ਕਈ ਕਹਿੰਦੇ ਉਹ ਜਿਸ ਦਾ ਬੱਚਿਆਂ ਦਾ ਭਵਿੱਖ ਬਣਾਉਣ ਲਈ ਕਨੇਡਾ ਚੱਲੇ। ਮੈਂ ਯਾਰ ਕਮਾਲ ਹੈ, ਤੁਸੀਂ ਕਾਹਦੀ ਬਾਣੀ ਪੜ੍ਹਦੇ ਹੋ? ਤੁਹਾਨੂੰ ਜਾਂ ਤੁਹਾਨੂੰ ਬਾਣੀ ਦੀ ਸਮਝ ਨਹੀਂ ਆਈ, ਜਾਂ ਤੁਹਾਨੂੰ ਬਾਣੀ 'ਤੇ ਵਿਸ਼ਵਾਸ ਨਹੀਂ ਹੈ। ਹਰ ਇਨਸਾਨ ਆਪਣੀ ਕਿਸਮਤ 'ਤੇ ਪਹਿਲੇ ਲਿਖਾ ਲਿਆ, ਉਹਨੇ ਕੀ ਬਣਨਾ ਤੇ ਪਹਿਲਾਂ ਲਿਖਾ ਕੇ ਲਿਆ। ਤੁਸੀਂ ਕਿਵੇਂ ਕਿਸੇ ਨੂੰ ਬਣਾ ਸਕਦੇ ਹੋ ਜੀ? ਤੁਸੀਂ ਕਿਵੇਂ ਬਣਾ ਸਕਦੇ? ਹਰ ਮਾਂ ਪਿਓ ਚਾਹੁੰਦਾ ਤਾਂ ਬੱਚਾ ਪੜ੍ਹੇ, ਕਿਹੜਾ ਚਾਹੁੰਦਾ ਨਾ ਪੜ੍ਹੇ? ਪਰ ਨਹੀਂ ਪੜ੍ਹਦੇ ਲੋਕ, ਨਹੀਂ ਪੜ੍ਹਦੇ ਲੋਕ। ਸਾਰੇ ਲੋਕ ਚਾਹੁੰਦੇ ਨੇ ਮੈਨੂੰ ਸਰਕਾਰੀ ਨੌਕਰੀ ਮਿਲੇ, ਨਹੀਂ ਮਿਲਦੀ, ਨਹੀਂ ਮਿਲਦੀ। ਸਾਰੇ ਲੋਕ ਇੱਕ ਪ੍ਰਕਾਰ ਦਾ ਕੰਮ ਨਹੀਂ ਕਰ ਸਕਦੇ ਹੁੰਦੇ। ਜੋ ਕੰਮ ਦੇ ਭਾਗਾਂ 'ਚ ਲਿਖਿਆ ਉਹਨੇ ਉਸੇ ਪਾਸੇ ਨੂੰ ਹੀ ਜਾਣਾ। ਹਰ ਇਨਸਾਨ ਦੀ ਕਿਸਮਤ ਪਰਮਾਤਮਾ ਨੇ ਲਿਖ ਕੇ ਭੇਜੀ ਹੈ। ਤੁਸੀਂ ਕਿਸੇ ਦੀ ਕਿਸਮਤ ਨਹੀਂ ਬਣਾ ਸਕਦੇ, ਜੋ ਮਰਜ਼ੀ ਜ਼ੋਰ ਲਾ ਲਓ, ਨਹੀਂ ਬਣਾ ਸਕਦੇ।
ਜੋ ਕਿਸਮਤ ਲਿਖਾ ਕੇ ਲੈ ਉਹਦੇ ਅਨੁਸਾਰ ਉਹਦੇ ਵਿਚਾਰ ਉਹਦੀਆਂ ਆਦਤਾਂ ਬਣ ਜਾਣਗੀਆਂ ਹਨ। ਕੋਈ ਲਿਖਾ ਕੇ ਇਹਨੇ 2 ਡਰਮ ਪੀਣੇ ਨੇ, ਉਹ 2 ਡਰਮ ਪੀ ਕੇ ਟੇਗਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਕਈ ਲਿਖਾ ਕੇ ਲੈ ਪੀ ਪੀ ਕੇ ਮਰੇਗਾ, ਪੀ ਪੀ ਕੇ ਮਰੇਗਾ, ਨਹੀਂ ਹਟਦਾ। ਮੈਂ ਆਪਣੇ ਭਰਾ ਨੂੰ ਸਮਝਾਉਂਦਾ ਰਿਹਾ, ਉਹ ਪੀ ਕੇ ਮਰ ਗਿਆ। ਅੱਗੋਂ ਉਹਦਾ ਵੱਡਾ ਮੁੰਡਾ ਉਹ ਵੀ ਪੀ ਕੇ ਮਰ ਗਿਆ, ਛੋਟਾ ਮੁੰਡਾ ਉਹ ਵੀ ਪੀ ਕੇ ਮਰ ਗਿਆ। ਦੂਜੇ ਜਿਨ੍ਹਾਂ ਦੇ ਭਾਗਾਂ 'ਚ ਸੀ ਵੀ ਇਹ ਪੀਣੋਂ ਹਟ ਜਾਣਗੇ, ਉਹਨਾਂ ਮੇਰੀ ਗੱਲ ਮੰਨ ਲਈ, ਦੂਜੇ ਨਹੀਂ ਮੰਨੀ। ਲਿਖਿਆ ਵੀ ਪੀ ਕੇ ਮਰੂਗਾ ਬਸ। ਇਸ ਲਈ ਹਰ ਬੰਦਾ ਆਪਣੀ ਕਿਸਮਤ ਪਹਿਲਾਂ ਹੀ ਲਿਖਾ ਕੇ ਲਿਆ ਹੈ। ਉਹਦੀ ਕਿਸਮਤ ਹੀ ਤੁਹਾਡੇ ਤੋਂ ਸਹਾਇਤਾ ਦਿਲਾਉਂਦੀ ਹੈ। ਇੱਕ ਅਤ ਗਰੀਬ ਬੱਚਾ ਹੈ, ਪਰ ਉਹ ਪੜ੍ਹਾਈ ਲਿਖਾ ਕੇ ਲਿਆ ਵੀ ਬਹੁਤ ਪੜ੍ਹੇਗਾ, ਟੀਚਰ ਉਹਨੂੰ ਕਿਤਾਬਾਂ ਲੈ ਦੇਣਗੇ, ਕਾਪੀਆਂ ਲੈ ਦੇਣਗੇ, ਅੱਗੇ ਕਾਲਜ ਜਾਏਗਾ, ਉਹਦੀ ਫੀਸਾਂ ਮਾਫ ਕਰ ਦੇਣਗੇ, ਕੋਈ ਨਾ ਕੋਈ ਦਾਨ ਕਰ ਦੇਗਾ ਉਸ ਨੂੰ, ਕਿਉਂਕਿ ਲਿਖਾ ਕੇ ਲਿਆ ਵਿਦਿਆ। ਗਰੀਬੀ ਕੋਈ ਰੁਕਾਵਟ ਨਹੀਂ ਹੁੰਦੀ ਹੈਗੀ। ਜੇ ਭਾਗਾ ਜੋ ਲਿਖਿਆ ਹੈ ਉਸ ਨੇ ਬਣ ਹੀ ਜਾਣਾ ਹੁੰਦਾ ਹੈ। ਹਾਂ, ਭਾਗ ਬਦਲੇ ਜਾ ਸਕਦੇ ਹਨ। ਬਾਣੀ ਕਹਿੰਦੇ ਬਦਲੇ ਜਾ ਸਕਦੇ, ਇਹ ਨਹੀਂ ਬਦਲੇ ਜਾ। ਸੰਸਾਰਿਕ ਯਤਨਾਂ ਨਾਲ ਭਾਗ ਨਹੀਂ ਬਦਲਦੇ। ਰੋਈ ਜਾਓ, ਪਿੱਟੀ ਜਾਓ, ਜੋ ਮਰਜ਼ੀ ਕਰ ਲਓ, ਭਾਗ ਬਦਲਦੇ ਬਾਣੀ ਨਾਲ, ਨਾਮ ਨਾਲ। ਬਾਣੀ ਪੜ੍ਹੀ ਹੋਣ, ਕਿੰਨੀਆਂ ਦੀਆਂ ਮੈਂ ਕਿਸਮਤਾਂ ਬਾਣੀ ਨਾਲ ਬਦਲ ਦਿੱਤੀਆਂ ਹਨ। ਪਰ ਤਾਂ ਬਦਲੂਗੀ ਜੋ ਬਾਣੀ ਪੜ੍ਹੇਗਾ। ਤੇ ਮੰਨ ਲਓ ਇੱਥੇ ਫਿਰ ਤਾਂ ਪਾਠ ਲੈ ਗਏ, ਪਾਠ ਕਰਦੇ ਹੀ ਨਹੀਂ, ਫਿਰ ਕਿਵੇਂ ਕਿਸਮਤ ਬਦਲੇਗੀ ਉਸਦੀ? ਬਾਣੀ ਨੇ ਅਨੇਕਾਂ ਦੀਆਂ ਕਿਸਮਾਂ ਬਦਲ ਕੇ ਰੱਖ ਦਿੱਤੀਆਂ ਹਨ। ਨਾ ਬਾਣੀ 'ਚ ਇੰਨੀ ਤਾਕਤ ਹੈ। ਬਾਣੀ ਨੂੰ ਪਾਣੀ ਦੇਖੋ, ਪਾਣੀ ਵੱਲ ਮੂੰਹ ਪਰ ਕਰਕੇ ਬਾਣੀ ਪੜ੍ਹੋ, ਪਾਣੀ ਦਾ ਸੁਭਾਅ ਬਦਲ ਜਾਂਦਾ ਹੈ। ਫਿਰ ਜਿਹੜਾ ਉਹ ਪਾਣੀ ਪੀਂਦਾ ਉਹਦਾ ਵੀ ਸੁਭਾਅ ਬਦਲ ਜਾਂਦਾ ਹੈ। ਬਾਣੀ ਨੇ ਪਾਣੀ ਦਾ ਸੁਭਾਅ ਹੀ ਬਦਲ ਦੇਣਾ ਹੈ। ਦਸਮ ਪਾਤਸ਼ਾਹ ਨੇ ਪਾਣੀ 'ਤੇ ਪੰਜ ਬਾਣੀਆਂ ਪੜ੍ਹੀਆਂ ਨਾ, ਬਣਾ ਤਾ ਨਾ ਅੰਮ੍ਰਿਤ। ਜੇ 5 ਬਾਣੀਆਂ ਨਾ ਪੜ੍ਹਦੇ, ਸਿਰਫ ਮਿੱਠਾ ਪਾ ਕੇ ਖੰਡਾ ਫੇਰੀ ਜਾਂਦਾ, ਨਹੀਂ ਸੀ ਉਹਨੇ ਅੰਮ੍ਰਿਤ ਬਣਨਾ, ਉਹਨੇ ਸ਼ਰਬਤ ਬਣ ਜਾਣਾ ਸੀ। 5 ਬਾਣੀਆਂ ਨੇ ਪਾਣੀ ਨੂੰ ਅੰਮ੍ਰਿਤ ਬਣਾਤਾ। ਬਸ ਜਿਹੜਾ ਪੀ ਵੀ ਗਿਆ, ਬਸ ਉਹਦੇ ਡਰ ਖਤਮ ਹੋ ਗਿਆ। ਬਾਣੀ ਨੇ ਪਾਣੀ ਦਾ ਸੁਭਾਅ ਬਦਲਤਾ। ਉਸ ਪਾਣੀ ਨੂੰ ਜਿਹਨੇ ਪੀਤਾ ਉਹਦਾ ਵੀ ਸੁਭਾਅ ਬਦਲ ਗਿਆ, ਉਹਦਾ ਸੁਭਾਅ ਬਦਲ ਗਿਆ। ਸਾਡੇ ਗੁਰੂ ਨੇ ਬੜਾ ਸੋਚ ਕੇ ਸਰੋਵਰਾਂ ਦੇ ਵਿੱਚ ਜਾਂ ਸਰੋਵਰਾਂ ਦੇ ਕੰਢਿਆਂ 'ਤੇ ਗੁਰਦੁਆਰੇ ਬਣਾਏ ਵੀ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ, ਕਥਾ ਵਾਰਤਾ ਹੁੰਦੇ ਰਹਿੰਦੇ। ਉਹ ਪਾਣੀ ਦੇ ਵਿੱਚ ਪ੍ਰਵੇਸ਼ ਕਰੇ ਤਾਂ ਜੋ ਜਿਹੜਾ ਪਾਣੀ ਦਾ ਚੁੱਲ੍ਹਾ ਲਵੇ ਉਹਦਾ ਸੁਭਾਅ ਵੀ ਬਦਲੇ ਹਨ, ਉਹਦਾ ਸੁਭਾਅ ਵੀ ਬਦਲੇ। ਜਿਹੜੇ ਸਿਆਣੇ ਲੋਕ ਨੇ ਉਹ ਜਦੋਂ ਨਿਤਨੇਮ ਕਰਦੇ ਨੇ, ਆਪਣੇ ਅੱਗੇ ਪਾਣੀ ਰੱਖ ਲੈਂਦੇ ਬਾਟੀ 'ਚ, ਪਾਣੀ ਵੱਲ ਮੂੰਹ ਕਰਕੇ ਨਿਤਨੇਮ ਕਰਦੇ ਨੇ। ਫਿਰ ਉਹ ਸਾਰੇ ਟੱਬਰ ਨੂੰ ਚਾਹੇ ਚਾਹ ਬਣਾ ਕੇ ਪਿਲਾਉਣ, ਚਾਹੇ ਵੈਸੇ ਪਿਲਾਉਣ। ਤੁਸੀਂ ਇਸ ਤਰ੍ਹਾਂ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ। ਇੱਕ ਦਿਨ ਆਏਗਾ ਪਰਿਵਾਰ ਦਾ ਸੁਭਾਅ ਹੀ ਬਦਲ ਜਾਏਗਾ। ਪਰਿਵਾਰ ਵੀ ਹੌਲੀ ਹੌਲੀ ਭਜਨ ਬੰਦਗੀ ਵਾਲੇ ਪਾਸੇ ਲੱਗ ਜਾਏਗਾ, ਉਹ ਵੀ ਸਿਮਰਨ ਕਰਨ ਲੱਗ ਜਾਏਗਾ। ਕਿਉਂ? ਉਹ ਬਾਣੀ ਪਾਣੀ 'ਚ ਪ੍ਰਵੇਸ਼ ਕਰ ਗਈ। ਉਸ ਪਾਣੀ ਨੇ ਜਿਹਨੇ ਪੀਤਾ ਉਹਦਾ ਸੁਭਾਅ ਬਦਲਣਾ ਸ਼ੁਰੂ ਕਰ ਦਿੱਤਾ ਹੈ। ਸੋ ਇਸ ਲਈ ਕਿਸਮਤ ਬਦਲੀ ਜਾ ਸਕਦੀ ਹੈ। ਇਹ ਨਹੀਂ ਕਿ ਬਦਲੀ ਨਹੀਂ ਜਾ, ਫਿਰ ਤਾਂ ਬਾਣੀ ਦਾ ਫਾਇਦਾ ਹੀ ਕੋਈ ਨਹੀਂ। ਫਿਰ ਤਾਂ ਨਾ ਨਾਮ ਜਪਣ ਦਾ ਫਾਇਦਾ, ਨਾ ਬਾਣੀ ਪੜ੍ਹਨ ਦਾ ਫਾਇਦਾ, ਜੇ ਕਿਸਮਤ ਹੀ ਨਹੀਂ ਬਦਲਣੀ। ਬਾਣੀ ਕਹਿੰਦੇ ਜਿਹੜੇ ਬਾਣੀ ਨਹੀਂ ਪੜ੍ਹਨਗੇ, ਜਿਹੜੇ ਸਿਮਰਨ ਨਹੀਂ ਕਰਨਗੇ, ਉਹ ਜੋ ਕਿਸਮਤ ਚੰਗਾ ਮੰਦਾ ਲਿਖਾ ਲੈ ਕੇ ਉਹੀ ਭੋਗਣਗੇ। ਪਰ ਜਿਹੜੇ ਬਾਣੀ ਪੜ੍ਹਨਗੇ, ਨਾਮ ਜਪਣਗੇ, ਆਪਣੀ ਬੈਡ ਲੱਕ ਨੂੰ ਗੁੱਡ ਲੱਕ 'ਚ ਬਦਲ ਲੈਣਗੇ। ਜੇ ਪਹਿਲੇ ਹੀ ਗੁੱਡ ਹੈ ਉਹ ਬੈਟਰ ਹੋ ਜਾਏਗੀ, ਜੇ ਬੈਟਰ ਹੈ ਉਹ ਬੈਸਟ ਹੋ ਜਾਏਗੀ। ਹਰ ਇਨਸਾਨ ਆਪਣੀ ਕਿਸਮਤ ਆਪ ਹੀ ਬਣਾਉਂਦਾ। ਅੱਜ ਜੋ ਅਸੀਂ ਹਾਂ ਇਹ ਅਸੀਂ ਆਪ ਹੀ ਬਣਾਇਆ ਹੈ। ਪਿਛਲੇ ਜਨਮ 'ਚ ਐਸੇ ਕਰਮ ਕੀਤੇ ਕਿ ਉਹ ਸਾਡੀ ਹੁਣ ਕਿਸਮਤ ਬਣ ਗਈ ਹੈ। ਹੁਣ ਜਿਹੜੇ ਕਰਮ ਕਰ ਰਹੇ ਇਹ ਅਗਲੇ ਜਨਮ ਸਾਡੀ ਕਿਸਮਤ ਬਣੇਗੀ। ਤਾਂ ਹੀ ਗੁਰਬਾਣੀ ਕਹਿੰਦੀ ਦੱਦੈ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਾ। ਮੈਂ ਕਿਸੇ ਨੂੰ ਦੋਸ਼ ਨਹੀਂ ਕਹਿ ਦਿੰਦਾ, ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ।
ਮੈਂ ਪਿਛਲੇ ਜਨਮਾਂ 'ਚ ਮਾੜੇ ਕਰਮ ਕੀਤੇ, ਇਸ ਲਈ ਦੁੱਖ ਭੋਗ ਰਿਹਾ ਬੰਦਾ। ਇਹ ਆਪਣੇ ਕਰਮਾਂ ਦਾ ਨਤੀਜਾ ਹੈ ਦੁੱਖ ਸੁੱਖ। ਦੁੱਖ ਮਾੜੇ ਕਰਮ ਕੀਤੇ ਨਤੀਜਾ ਦੁੱਖ, ਮਾੜੇ ਕਰਮ ਕੀਤੇ ਨਤੀਜਾ ਗਰੀਬੀ, ਮਾੜੇ ਕਰਮ ਕੀਤੇ ਨਤੀਜਾ ਬਿਮਾਰੀਆਂ, ਮਾੜੇ ਕਰਮ ਕੀਤੇ ਨਤੀਜਾ ਮੁਕੱਦਮੇ। ਕਿੰਨਾ ਕੁ ਸਿਆਪਾ ਖੜਾ ਹੋ ਜਾਂਦਾ ਹੈ। ਬੰਦੇ ਨੂੰ ਸਮਝ ਨਹੀਂ ਫਿਰ ਆਉਂਦਾ ਹੈ ਵੀ ਦੂਜੇ ਚੰਗੇ ਭਲੇ ਮੇਰੇ ਨਾਲ ਐਂ ਕਿਉਂ, ਮੇਰਾ ਭਰਾ ਚੰਗਾ ਭਲਾ ਮੇਰੇ ਨਾਲ ਐਂ ਕਿਉਂ ਹੈ, ਉਹਨੂੰ ਸਮਝ ਨਹੀਂ ਆਉਂਦੀ ਹੈਗੀ। ਸਤ ਸੰਗਤ ਕਰੇ, ਬਾਣੀ ਨੂੰ ਧਿਆਨ ਨਾਲ ਪੜ੍ਹੇ, ਫਿਰ ਉਹਨੂੰ ਸਮਝੇਗੀ ਉਹ ਮੇਰੇ ਭਰਾ ਨੇ ਪਿਛਲੇ ਜਨਮ 'ਚ ਹੋਰ ਕਰਮ ਕੀਤੇ, ਮੈਂ ਹੋਰ ਕਰਮ ਕੀਤੇ, ਇਸ ਕਰਕੇ ਦੋਨਾਂ ਦੀ ਕਿਸਮਤ ਕਦੇ ਇੱਕੋ ਜਿਹੀ ਹੁੰਦੀ ਨਹੀਂ ਹੈ। ਮਾਂ ਪਿਓ ਉਹੀ ਨੇ। ਕਈ ਵਾਰ ਮੈਂ ਦੇਖਿਆ ਮਾਂ ਪਿਓ ਵੀ ਉਹੀ, ਸਕੂਲ ਵੀ ਉਹੀ, ਟੀਚਰ ਵੀ ਉਹੀ। ਇੱਕ ਭਰਾ ਹੁਸ਼ਿਆਰ ਹੈ, ਇੱਕ ਕਮਜ਼ੋਰ ਹੈ ਪੜ੍ਹਾਈ 'ਚ। ਇੱਕ ਭਰਾ ਪੜ੍ਹਾਈ 'ਚ ਹੁਸ਼ਿਆਰ ਹੈ, ਇੱਕ ਕਮਜ਼ੋਰ ਹੈ। ਮਾਂ ਪਿਓ ਵੀ ਉਹੀ, ਸਕੂਲ ਵੀ ਇੱਕੋ, ਟੀਚਰ ਵੀ ਉਹੀ, ਦੋਨੋਂ ਪੜ੍ਹਾਉਣ ਵਾਲੇ, ਪਰ ਅੱਡ ਅੱਡ। ਕਿਉਂ? ਉਹ ਪਿਛਲੇ ਜਨਮ 'ਚ ਪਤਾ ਨਹੀਂ ਕਿਹੜੇ ਪਰਿਵਾਰ 'ਚੋਂ ਆਇਆ, ਦੂਜਾ ਭਰਾ ਪਤਾ ਨਹੀਂ ਪਿਛਲੇ ਜਨਮ ਕਿਹੜੇ ਪਰਿਵਾਰ 'ਚੋਂ ਆਇਆ। ਅੱਡ ਅੱਡ ਪਰਿਵਾਰਾਂ 'ਚ ਆਉਣ ਕਰਕੇ ਉਹਨਾਂ ਦੀ ਅੱਡ ਅੱਡ ਲਿਆਕਤ ਹੋ ਗਈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਸ ਮਾਰੀ ਬਿਨ ਥਾਏ ਨਾ ਪਰੈ। 5 ਨੰਬਰ ਤੋਂ ਬਾਅਦ ਹੈ ਇਸ ਮਾਰੀ ਬਿਨ ਥਾਏ ਨਾ ਪਰੈ। ਦੁਬਦਾ ਨੂੰ ਮਾਰਨ ਤੋਂ ਬਿਨਾਂ ਮਨੁੱਖ ਕਬੂਲ ਨਹੀਂ ਹੁੰਦਾ। ਥਾਂ ਪੈਣਾ ਹੁੰਦਾ ਕਬੂਲ ਹੋਣਾ, ਪਰਮਾਤਮਾ ਦੀ ਨਜ਼ਰਾਂ 'ਚ ਕਬੂਲ ਹੋ ਜਾਣਾ, ਕਬੂਲ ਹੀ ਨਹੀਂ ਹੁੰਦਾ। ਕੋਟ ਕਰਮ ਜਾਪ ਤਪ ਕਰੇ, ਭਾਵੇਂ ਕਰੋੜਾਂ ਧਾਰਮਿਕ ਕੰਮ ਕਰੇ, ਕਰੋੜਾਂ ਜਪ ਕਰੇ, ਕਰੋੜਾਂ ਤਪ ਕਰੇ, ਪਰ ਜੇ ਉਹਦੇ ਅੰਦਰ ਦੁਬਦਾ ਹੈ ਉਹ ਥਾਂ ਨਹੀਂ ਪੈਂਦਾ। ਇਸ ਮਾਰੀ ਬਿਨ ਜਨਮ ਨਾ ਮਿਟੇ। ਦੁਬਦਾ ਮਾਰਨ ਤੋਂ ਬਿਨਾਂ ਜੰਮਣ ਮਰਨ ਦਾ ਚੱਕਰ ਮਿਟਦਾ ਹੀ ਨਹੀਂ ਹੈਗਾ। ਮਰ ਗਿਆ ਜੰਮਿਆ, ਮਰ ਗਿਆ ਜੰਮਿਆ, ਅੱਡ ਅੱਡ ਜੂਨੀਆਂ 'ਚ ਭਟਕਦਾ ਰਹਿੰਦਾ ਹੈ। ਇਸ ਮਾਰੀ ਬਿਨ ਜੰਮ ਤੇ ਨਹੀਂ ਛੁਟੇ। ਦੁਬਦਾ ਨੂੰ ਮਾਰਨ ਤੋਂ ਬਿਨਾਂ ਜਮਦੂਤਾਂ ਤੋਂ ਛੁਟਕਾਰਾ ਨਹੀਂ ਹੁੰਦਾ ਹੈ। ਇਸ ਮਾਰੀ ਬਿਨ ਗਿਆਨ ਨਾ ਹੋਈ। ਦੁਬਦਾ ਨੂੰ ਮਾਰਨ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਹੁੰਦਾ। ਗਿਆਨ 2 ਪ੍ਰਕਾਰ ਦਾ ਹੁੰਦਾ, ਇੱਕ ਸੰਸਾਰਕ ਗਿਆਨ, ਇੱਕ ਰੱਬੀ ਗਿਆਨ। ਇੱਥੇ ਸੰਸਾਰਕ ਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਦੇਖਿਆ ਬਹੁਤ ਪੜ੍ਹੇ ਹੋਏ ਲੋਕ, PhD ਕੀਤੀ ਹੋਈ, IAS ਅਫਸਰ, PCS ਅਫਸਰ, ਬੜੇ ਕੁਆਲੀਫਾਈਡ ਬੰਦੇ, ਜੱਜ, ਸ਼ਰਾਬਾਂ ਪੀ ਰਹੇ ਨੇ। ਸੰਸਾਰਕ ਵਿੱਦਿਆ ਮਨੁੱਖ ਨੂੰ ਸਿਆਣਾ ਨਹੀਂ ਬਣਾਉਂਦੀ। ਬਸ ਮੈਂ ਤੱਤ ਕੱਢ ਰਿਹਾ ਹੈ। ਸੰਸਾਰਕ ਵਿੱਦਿਆ ਮਨੁੱਖ ਨੂੰ ਸਿਆਣਾ ਨਹੀਂ ਬਣਾਉਂਦੀ। ਜੇ ਉਹਨੇ ਸਿਆਣਾ ਬਣਨਾ ਨਾ, ਫਿਰ ਉਹਨੂੰ ਬਾਣੀ ਨਾਲ ਜੁੜਨਾ ਪਏਗਾ। ਬਾਣੀ ਦੀ ਸਿੱਖਿਆ ਹੀ ਮਨੁੱਖ ਨੂੰ ਸਿਆਣਾ ਬਣਾਵੇਗੀ। ਗਿਆਨ ਤਾਂ ਬੜੀ ਦੁਨੀਆ ਕੋਲ ਹੁੰਦਾ, ਸਿਆਣੇ ਬਹੁਤ ਘੱਟ ਲੋਕ ਹੁੰਦੇ ਨੇ। ਪੜ੍ਹੇ ਲਿਖੇ ਤੇ ਬੜੇ ਹੁੰਦੇ ਨੇ, ਸਿਆਣੇ ਘੱਟ ਹੀ ਹੁੰਦੇ ਨੇ। ਆਹ ਪੜ੍ਹੇ ਲਿਖੇ ਮੁੰਡੇ ਆਹ 1.5 ਲੱਖ ਦਾ ਦੁੱਖ ਕਰਨ ਵਾਲੇ ਦੇ ਪਟਾਕੇ ਪਾਈ ਨੇ, ਰੌਲਾ ਪਾਈ ਨੇ ਸੜਕਾਂ 'ਤੇ। ਕਿ ਸਿਆਣੇ ਨੇ? ਕੀ ਕਰੋਗੇ? ਪੜ੍ਹਾਈ ਨੂੰ ਚਿੱਟੋਗੇ। ਜਿਸ ਪੜ੍ਹਾਈ ਨੇ ਸਾਨੂੰ ਸਿਆਣੇ ਨਹੀਂ ਬਣਾਇਆ, ਉਹ ਤਾਂ ਕੂੜ ਕਬਾੜ ਹੈ। ਪੜ੍ਹਾਈ ਕੂੜ ਕਬਾੜ ਇਕੱਠਾ ਕਰੇ। ਫਿਰ ਸਿਆਣਾ ਹੋਣਾ, ਬਾਣੀ ਨੇ ਹੀ ਸਾਨੂੰ ਸਿਆਣੇ ਬਣਾਉਣਾ ਹੈ। ਸੰਸਾਰਕ ਵਿੱਦਿਆ ਸਾਨੂੰ ਸਿਆਣੇ ਨਹੀਂ ਬਣਾ ਸਕਦੀ। ਮੈਂ ਬਥੇਰੀਆਂ ਜਮਾਤਾਂ ਪੜ੍ਹ ਲਈਆਂ ਨੇ ਅਤੇ ਮੈਂ ਬਥੇਰੀਆਂ ਕਿਤਾਬਾਂ ਪੜ੍ਹ ਲਈਆਂ ਨੇ। ਸੰਸਾਰਕ ਕਿਤਾਬਾਂ 500 ਕਿਤਾਬ ਮੈਂ ਪੜ੍ਹੀ। ਸਾਰੀ ਦੀਆਂ ਜਦੋਂ ਮੈਂ ਬਾਣੀ ਪੜ੍ਹੀ ਨਾ, ਉਹ ਸਾਰੀ ਦੀਆਂ ਸਾਰੀਆਂ ਮੈਂ ਵੇਚਤੀਆਂ ਰੱਦੀ 'ਚ। ਬੁੱਲਾ ਜੋ ਸੰਗਤ ਨੂੰ ਕਹੇ ਜਿਹਨੂੰ ਉਂਝ ਲਿਜਾਣੀ ਲੈ ਜਾਓ, ਬਾਕੀ ਰੱਦੀ 'ਚ ਵੇਚਦੀ ਹੈ। ਗਿਆਨ ਤਾਂ ਸਾਰਾ ਬਾਣੀ 'ਚ ਹੈ। ਸੰਸਾਰਕ ਕਿਤਾਬਾਂ ਸਾਨੂੰ ਨੌਕਰੀ ਦੇ ਯੋਗ ਤੇ ਬਣਾਉਂਦੀਆਂ ਨੇ। ਨੌਕਰੀ ਦੇ ਯੋਗ ਤੇ ਤੁਹਾਨੂੰ ਬਣਾਉਂਦੀਆਂ ਨੇ ਸੰਸਾਰਕ ਗਿਆਨ, ਪਰ ਤੁਹਾਨੂੰ ਸਿਆਣਾ ਨਹੀਂ ਬਣਾਉਂਦੀਆਂ।
नहीं तो सारे पढ़े लिखे लोग सियाणे होने चाहिए सन। जिन्ना गंद पढ़िया लिखिया ने समाज पाया इन्ना अनपढ़ा नहीं पाया। जदों अनपढ़ता होंदी सी हिंदुस्तान च, इन्ना समाज गंद नहीं सी जिन्ना ये पढ़े लिखे ने पता है। ये तो मैं फिर सियाणा दे ना सानू बनाया। जिन्हें सियाणा बनना उन्होंने बाणी पढ़नी पैगी, फिर बाणी अनुसार जीवन जिउण पेगा, तो सियाणा बनेगा। इसलिए गुरु महाराज कहते इस मारी बिन ज्ञान न होई, दुबदा नूं मारन तो बिना रब्बी ज्ञान नहीं हुंदा। इस मारी बिन झूठ न धोई, दुबदा नूं मारन तो बिना साढ़े अंदर जो झूठ है, साढ़े अंदर जो अपवित्रता है, वो खत्म नहीं हुंदी। अंदर मन मैला ही रह जाता है। इस मारी बिन सब कुछ मैला, इनू मैला नहीं पढ़ देना। असी देखना पढ़ने वेले कि ये मैला पढ़ना है कि मैला पढ़ना है। ये कपड़ा मैला है। हाँ, कई इलाकों के लोगों तो लल्ले के पैर च बिंदी बोली नहीं जाती, मैला, वो बोल ही नहीं सकते। ये कपड़ा मैला है, वही कहते। मैं उन्होंने कहा नहीं बोलो ये कपड़ा मैला है, वो फिर ये कपड़ा मैला है। मैं कह रही बोलो ये कपड़ा मैला है, कहते ये कपड़ा मैला है, बोल नहीं होंगे। 6वीं में इंग्लिश पढ़ा रहा एक बारी, मैं बोलो ही इज़ गोइंग, बच्चा कहते ही इज गोइंग, मैंने कहा बोल ही इज़ गोइंग, कहते ही इज गोइंग। मैं बोल इज़, कहते इज, मैं बोल इज़, कहते इज, मैनू बोले नहीं आंदा। जिमें संगरूर वाले कहो प्रभु बोलो, कहते प्रभु, वो प्रभु नहीं बोल सकते, प्रभु की बड़ी कृपा है। मैं हाँ ठीक है, प्रभु की बड़ी कृपा है, बोल ही नहीं सकते बेचारे, की करिए उन्होंने। अंगंगा ते यइयां ये तो टीचरों ने नहीं बोलना आंदा। कोई कोई कहेगा नहीं है, कोई कुछ कहूगा, भी चल कुछ तो कहना ही है। ਜਿਹੜੇ ਸਿਰਫ ਪਾਕਿਸਤਾਨ ਤੋਂ ਆਏ ਨੇ ਉਹਨਾਂ ਨੂੰ ਗੰਗਾ ਤੇ ਗਈਆਂ ਦੋ ਬੋਲਣੇ ਆਉਂਦੇ ਨੇ, ਇੱਧਰ ਤਾਂ ਆਉਂਦੇ ਨਹੀਂ, ਬਹੁਤ ਨੂੰ ਆਉਂਦੇ ਨਹੀਂ ਹੈਗੇ। ਮੇਰੇ ਟੀਚਰ ਸਨ ਨਹੀਂ ਸੀ ਆਉਂਦਾ ਉਹਨਾਂ ਨੂੰ, ਗੰਗਾ ਨੂੰ ਨਹੀਂਆਂ ਬੋਲਦੇ ਸੀ। ਕਈ ਸ਼ਬਦ ਕਈਆਂ ਨੂੰ ਬੋਲ ਹੀ ਨਹੀਂ ਸਕਦੇ ਹੁੰਦੇ। ਜਿਵੇਂ ਕਿਸੇ ਭਈਏ ਨੂੰ ਕਹਿ ਦੋ ਤੈਨੂੰ 100 ਰੁਪਇਆ ਮੈਂ ਦੇਵਾਂ, ਬੋਲ ਢੱਕਣ ਕਹੂਗਾ ਢੱਕਣ, ਬੋਲ ਢੱਕਣ ਕਹੂਗਾ ਢੱਕਣ, नहीं बोल सकते। ये तो पंजाब के लोग ने जिहड़ी मर्जी जबान इन्हां तो बुलवा लो, इन्हां को बोलो ढक्कन, कहन बोलो ढक्कन कह देंगे। आ यूपी वाले बोलो शर्मा, शर्मा, फिर कह शर्मा, फिर बोलो शर्मा, कह शर्मा, बोल ही नहीं सकते, शर्मा बोल नहीं सकते। सो चलो तो वखरी गल है भी बोल ही नहीं सकते। वो तो मजबूरी होना, करे करे तो करे की बंदा। सो कई बारी कहते कि इहो जे बंदे टीचर ना लग जान, वो तो फिर जिन्ने साल पढ़ाउणगे उन्ने साल ही उचारण का पट्ठा बिठाई जाणगे। खैर दाता भली करे। सो गुरु महाराज कहते इस मारी बिन सब कुछ मैला, दुबदा मारन तो बिना हर एक चीज़ मैली है। जब माणी मैला है, मन मैला है, सब कुछ मैला। तन धोता मन हच्छा न होए। सो जे मन मैला, अखां मैलियां, कन मैला, मूँह मैला, हथ मैले, पैर मैले, तुसी कहोगे जी भी साबण नाल साफ कर लो जी, वो भाव नहीं है। अखां नूं किन्ना क साबण लाओगे। अखां मन मैला, अखां मैलियां ने, ये होर तरह तकदियां ने। तकड़े कई बारी कुड़ियां ने आ जा सर शिकायत ने, वो मुंडा जी साडे वाल ना होर तरह वेखदा है, इहदा अखां मैलियां ने ना, इस करके। जिन्ना चिर मन साफ नहीं हुंदा उन्ना चिर सारे दा सारा शरीर ही मैला रहिंदा है। हथ मैले तो मतलब ये नहीं कि उत्ते कोई मैल लगी हुई है, नहीं। ये जदों मन मैला तो हथ भी माड़े काम करनगे। मन मैला पैर हमेशा माड़े पासे नूं जाणगे। मन मैला है, मूँह हमेशा गलत मलत बोलेगा।
ਮਨ ਮੈਲਾ ਹੈ, ਕੰਨ ਹਮੇਸ਼ਾ ਗੰਦੇ ਗੀਤ ਸੁਣ ਕੇ ਖੁਸ਼ ਹੋਣਗੇ। ਮਨ ਮੈਲਾ ਹੈ, ਅੱਖਾਂ ਜਿਹੜੀਆਂ ਵਿਕਾਰੀ ਚੀਜ਼ਾਂ ਹੁੰਦੀਆਂ, ਇਹ ਹੋਰ ਕੁਛ ਹੀ ਵੇਖਦੀ ਰਹਿੰਦੀਆਂ। ਇਸ ਲਈ ਅਤੇ ਮਨ ਜਿਹੜਾ ਹੈ ਉਹ ਜਿੰਨਾ ਚਿਰ ਨਾਮ ਨਹੀਂ ਅਸੀਂ ਜਪਦੇ ਉਹਨਾਂ ਚਿਰ ਸਾਫ਼ ਨਹੀਂ ਹੁੰਦਾ। ਅਤੇ ਨਾਮ ਕੌਣ ਜਪੇਗਾ? ਜਿਹਦੇ ਅੰਦਰ ਦੁਬਿਧਾ ਨਹੀਂ ਹੈ, ਜਿਹਦੇ ਅੰਦਰ ਦੁਬਿਧਾ ਨਹੀਂ। ਦੁਬਿਧਾ ਖਤਮ ਹੋ ਗਈ, ਲਾਈਨ ਕਲੀਅਰ ਹੋ ਗਈ, ਲੱਗਿਆ ਹੈ ਬਸ ਨਾਮ ਜਪ 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 ਕੇ ਆਪਣੇ ਮਨ ਨੂੰ ਇੱਕ ਵਾਰੀ ਸਾਫ਼ ਕਰ ਲੈਂਦਾ। ਤਾਂ ਗੁਰੂ ਮਹਾਰਾਜ ਕਹਿੰਦੇ ਇਸ ਮਾਰੀ ਬਿਨ ਸਭ ਕੁਛ ਮੈਲਾ, ਦੁਬਿਧਾ ਮਾਰਨ ਤੋਂ ਬਿਨਾਂ ਹਰ ਇੱਕ ਚੀਜ਼ ਮੈਲੀ ਹੈ। ਇਸ ਮਾਰੀ ਬਿਨ ਸਭ ਕੁਛ ਜੌਲਾਂ, ਇਹਨੂੰ ਜੌਲਾ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਜੌਲਾਂ ਲੱਲੇ ਨੂੰ ਕਰਨਾ, ਬਿੰਦੀ ਲਾ ਕੇ ਪੜ੍ਹਨਾ, ਵੱਖਰਾ ਅੱਡ। ਇਸ ਮਾਰੀ ਬਿਨ ਸਭ ਕੁਛ ਜੌਲਾਂ, ਦੁਬਿਧਾ ਨੂੰ ਮਾਰਨ ਤੋਂ ਬਿਨਾਂ ਮਨੁੱਖ ਪਰਮਾਤਮਾ ਤੋਂ ਵੱਖਰਾ ਹੀ ਰਹਿੰਦਾ। ਉਹਦਾ ਪਰਮਾਤਮਾ ਨਾਲ ਮੇਲ ਹੁੰਦਾ ਹੀ ਨਹੀਂ ਹੈ, ਉਹਦੇ ਅੰਦਰ ਵੱਖਰਾਪਣ ਰਹਿ ਜਾਂਦਾ। ਖਿਆਲ ਰੱਖਣਾ ਇਹ ਜੌਲਾਂ ਪੜ੍ਹਨਾ ਜਦੋਂ ਵੀ ਆਵੇ, ਕਿਉਂਕਿ ਫਾਰਸੀ ਦਾ ਸ਼ਬਦ ਹੈ। ਜਾ ਕੋ ਪਏ ਕਿਰਪਾਲ ਕਿਰਪਾ ਨਿਧ, ਕਿਰਪਾ ਨਿਧ, ਨਿਧ ਖਜ਼ਾਨੇ ਨੂੰ ਕਹਿੰਦੇ। ਕਹਿੰਦਾ ਪਰਮਾਤਮਾ ਜੋ ਕਿਰਪਾ ਦਾ ਖਜ਼ਾਨਾ ਹੈ, ਜਿਸ 'ਤੇ ਉਹ ਕਿਰਪਾਲੂ ਹੋ ਜਾਂਦਾ ਨਾ, ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਉਹਦੀ ਦੁਬਿਧਾ ਤੋਂ ਹੋ ਜਾਂਦੀ ਖਲਾਸੀ, ਹੋਈ ਸਗਲ ਸਿੱਧ, ਦੇ ਹਰ ਪ੍ਰਕਾਰ ਦੀ ਕਾਮਯਾਬੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸਿੱਧੀ ਕਾਮਯਾਬੀ ਨੂੰ ਕਹਿੰਦੇ, ਹਰ ਪ੍ਰਕਾਰ ਦੀ ਉਹਨੂੰ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ। ਗੁਰ ਦੁਬਿਧਾ ਜਾ ਕੀ ਹੈ ਮਾਰੀ। ਹੁਣ ਸਾਡੇ ਅੰਦਰ ਦੁਬਿਧਾ ਕੌਣ ਮਾਰੇਗਾ? ਗੁਰੂ। ਅਤੇ ਸਾਡਾ ਗੁਰੂ ਕੌਣ ਹੈ? ਬਾਣੀ। ਦੁਬਿਧਾ ਨੂੰ ਕਹਿੰਦੇ ਗੁਰੂ ਮਾਰੂਗਾ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਜਿਸ ਦੀ ਦੁਬਿਧਾ ਗੁਰੂ ਨੇ ਮਾਰ ਦਿੱਤੀ। ਜਿਨ੍ਹਾਂ ਦਸਮ ਪਾਤਸ਼ਾਹ ਤੱਕ ਸਾਡੇ ਗੁਰੂ ਦੇਹ ਧਾਰੀ ਸਨ, 1708 ਤੋਂ ਲੈ ਕੇ ਅੱਜ ਤੱਕ 2021 ਸਨ ਤੱਕ, ਜਿਹੜੇ ਸਾਡਾ ਗੁਰੂ ਬਾਣੀ ਹੈ। ਬਾਣੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਇਹਨੇ ਇੱਕ ਦਿਨ ਸਾਡੇ ਅੰਦਰ ਦੁਬਿਧਾ ਖਤਮ ਕਰ ਦੇਣੀ ਹੈ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੇ। ਉਹਦੇ ਵਿਚਾਰ ਤੇ ਰੱਬੀ ਹੋ ਜਾਂਦੇ ਨੇ, ਉਸਦੇ ਵਿਚਾਰ ਤੇ ਰੱਬੀ ਵਿਚਾਰ ਹੋ ਜਾਂਦੇ ਨੇ, ਜਿਹਦੇ ਅੰਦਰ ਗੁਰੂ ਦੁਬਿਧਾ ਖਤਮ ਕਰ ਦਿੰਦਾ ਹੈ। ਸੋ ਕਹਿੰਦੇ ਜਾ ਕੋ ਪਏ ਕਿਰਪਾਲ ਕਿਰਪਾ ਨਿਧ, ਜਿਸ 'ਤੇ ਪਰਮਾਤਮਾ ਜੋ ਕਿਰਪਾ ਦਾ ਖਜ਼ਾਨਾ ਹੈ, ਜਿਸ 'ਤੇ ਕਿਰਪਾਲੂ ਹੋ ਗਿਆ, ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਉਹਦੀ ਜੇ ਦੁਬਿਧਾ ਤੋਂ ਖਲਾਸੀ ਹੋ ਗਈ ਅਤੇ ਉਹਨੂੰ ਹਰ ਪ੍ਰਕਾਰ ਦੀ ਸਿੱਧੀ ਪ੍ਰਾਪਤ ਹੋ ਗਈ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਗੁਰੂ ਨੇ ਜਿਸ ਦੀ ਦੁਬਿਧਾ ਅੰਦਰੋਂ ਖਤਮ ਕਰ ਦਿੱਤੀ, ਕੋ ਨਾਨਕ ਸੋ ਬ੍ਰਹਮ ਵਿਚਾਰੀ। ਉਹਦੇ ਵਿਚਾਰ ਤੇ ਰੱਬੀ ਵਿਚਾਰ ਹੋ ਜਾਂਦੇ, ਉਹ ਤੇ ਬ੍ਰਹਮ ਵਿਚਾਰੀ ਹੁੰਦਾ, ਰੱਬੀ ਵਿਚਾਰਾਂ ਵਾਲਾ ਹੋ ਜਾਂਦਾ ਹੈ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਗੁਰ ਦੁਬਿਧਾ ਜਾ ਕੀ ਹੈ ਮਾਰੀ, ਗੁਰ ਉਹ ਭਾਈ ਕੱਲ ਪਰਸੋਂ ਕਿ ਜਾਂ ਕੀ ਨਹੀਂ ਕਹਿਣਾ, ਜੱਜਰ ਕਰਨਾ ਲੱਗਿਆ, ਬਿੰਦੀ ਤੇ ਲੱਗੀ ਕੋਈ ਨਹੀਂ ਹੈਗੀ। ਜਾਂ ਨਹੀਂ ਕਹਿਣਾ, ਇਕੱਲੇ ਤੁਸੀਂ ਨਹੀਂ ਕਹਿੰਦੇ, ਇੱਥੇ 99% ਪਾਠੀ ਕੀਰਤਨੀ ਕਥਾਕਾਰ ਜਾਂ ਕੀ ਕਹੀ ਜਾਂਦੇ। ਹਿੰਦੀ ਆਉਂਦੀ ਨਹੀਂ ਅਤੇ ਲੋਕਾਂ ਦੇ ਪੰਜਾਬੀ ਨਹੀਂ ਆਉਂਦੀ, ਹਿੰਦੀ ਕੀ ਆਉਣੀ। ਜਾ ਕੀ ਹੁੰਦਾ ਜਿਸ ਦੀ, ਗੁਰ ਦੁਬਿਧਾ ਜਾ ਕੀ ਹੈ ਮਾਰੀ, ਗੁਰੂ ਨੇ ਰਾਰੇ ਸਹਿਰੇ ਗੁਰੂ ਨੇ ਜਿਸ ਦੀ ਦੁਬਿਧਾ ਮਾਰ ਦਿੱਤੀ, ਕੋ ਨਾਨਕ ਸੋ ਬ੍ਰਹਮ ਵਿਚਾਰੀ। ਉਹ ਤਾਂ ਬ੍ਰਹਮ ਦੇ ਵਿਚਾਰਾਂ ਵਾਲਾ ਹੋ ਜਾਂਦਾ ਹੈ, ਉਹਦੇ ਵਿਚਾਰ ਪਰਮਾਤਮਾ ਅਨੁਸਾਰ ਹੋ ਜਾਂਦੇ। ਗੁਰ ਦੁਬਿਧਾ
ਜਾ ਕੀ ਹੈ ਮਾਰੇ ਗੁਰ ਦੁਬਿਧਾ, ਜਾ ਕੀ ਹੈ ਮਾਰੇ ਗੁਰ ਦੁਬਿਧਾ। ਅਜੇ ਵਿੱਚ ਜਾਂ ਹੀ ਕਹੀ ਜਾਂਦੇ ਨੇ। ਇਹ ਬੁੱਢੇ ਤੋਤੇ ਹੋ ਗਏ ਨੇ, ਇਹਨਾਂ ਪੜ੍ਹਾਉਣਾ ਬੜਾ ਮੁਸ਼ਕਿਲ ਹੈ। ਇਹ ਇੱਜ ਕਰਨ ਵਾਲੇ ਹਨ। ਕਹੋ ਨਾਨਕ ਸੋ ਬ੍ਰਹਮ ਵਿਚਾਰੇ, ਕਹੋ ਨਾਨਕ ਸੋ ਬ੍ਰਹਮ ਵਿਚਾਰੇ, ਕਹੋ ਨਾਨਕ ਸੋ ਆਪਣਾ ਸਤਸੰਗ ਹੈ, ਪਾਠ ਸਿੱਖਦਾ ਸੀ ਉਹਦਾ। ਇੱਥੇ ਮਟਕੀ ਸ਼ਬਦ ਆ ਗਿਆ, ਕਹਿੰਦਾ ਮਟੁੱਕੀ। ਮੈਂ ਨਹੀਂ ਜੀ, ਮਟੁੱਕੀ ਨਹੀਂ ਹੁੰਦਾ, ਮਟਕੀ ਹੁੰਦਾ। ਮੱਟ ਵੱਡੇ ਸਾਰੇ ਘੜੇ ਨੂੰ ਕਹਿੰਦੇ, ਮਟਕੀ ਛੋਟੇ ਘੜੇ ਨੂੰ ਕਹਿੰਦੇ। ਬੋਲੋ ਮਟਕੀ, ਕਹਿੰਦਾ ਮਟਕੀ ਮਟਕੀ ਮਟਕੀ। ਮੈਂ ਉਂਗਲਾਂ ਗਿਣੀ ਗਿਆ, 12 ਵਾਰ ਮੈਂ ਉਸ ਤੋਂ ਕਹਿ ਲਾਇਆ ਮਟਕੀ ਮਟਕੀ। ਮੈਂ ਹੁਣ ਬੋਲੋ, ਕਹਿੰਦਾ ਮਟੁੱਕੀ। 12 ਵਾਰੀ ਮੈਂ ਕਿਉਂ ਗਿਣਿਆ? ਕਹਿੰਦੇ ਕੁੱਤੇ ਦੀ ਪੂਛ ਨੂੰ 12 ਸਾਲ ਬਾਂਸਲੀ 'ਚ ਰੱਖੋ, ਗੋਲ ਪੋਰੀਦਾਰ ਡੰਡਾ ਉਹ 'ਚ ਪਾ ਦਿਓ ਵੀ ਇਹ ਸਿੱਧੀ ਹੋ ਜੇ। ਜਦੋਂ 12 ਸਾਲ ਬਾਅਦ ਕੁੱਤੇ ਦੀ ਪੂਛ ਬਾਂਸਲੀ 'ਚੋਂ ਕੱਢੀ, ਉਹ ਟੇਢੀ ਦੀ ਟੇਢੀ, ਇਸ ਲਈ ਮਟੁੱਕੀ। ਬਸ ਵੀ 12 ਕੋਈ ਜਵਾਕ ਥੋੜ੍ਹਾ ਤਾਂ ਵੱਡਾ ਸਰ ਪੜ੍ਹਿਆ ਲਿਖਿਆ ਵੀ ਮੈਂ 12 ਵਾਰ ਕਹਿ ਰਿਹਾ ਮਟਕੀ 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 ਮਟਕੀ, ਮੇਰੇ ਮਗਰ ਮਗਰ ਬੋਲ ਰਹੇ। ਮੈਂ ਹੁਣ ਪੜ੍ਹ ਕੇ ਤਾਂ ਮਟੁੱਕੀ। ਸੋ ਇਸੇ ਤਰ੍ਹਾਂ ਜਾ ਕੀ ਜਾ ਕੀ ਜਾ ਕੀ ਜਾ ਕੀ, ਤੁਸੀਂ ਫਿਰ ਬੋਲੋ ਜੀ ਕਿ ਜਾ ਕੀ, ਕਿਆ ਕਰੋ। ਅੱਗੇ ਗੁਰੂ ਮਹਾਰਾਜ ਦੇ ਗੌੜੀ ਮਹੱਲਾ ਪੰਜਵਾਂ। ਹਰਿ ਸਿਉ ਜੁਰੇ ਤਾਂ ਸਭ ਕੋ ਮੀਤ, ਹਰਿ ਸਿਉ ਜੁਰੇ ਤਾਂ ਨਿਹਚਲ ਚੀਤ, ਹਰਿ ਸਿਉ ਜੁਰੇ ਨ ਵੈਪੈ ਕਾੜਾ। ਇਹ ਅੜਾੜੇ ਦੇ ਪੈ 'ਚ ਟੇਢੀ ਜਿਹੀ ਲਾਈਨ ਲੱਗੀ, ਅੱਧੇ ਹਾਹੇ ਦਾ ਕੰਮ ਕਰਦੀ, ਕਾੜਾ। ਹਰਿ ਸਿਉ ਜੁਰੇ ਤਾਂ ਹੋਏ ਨਿਸਤਾਰਾ। ਜਿਹੜਾ ਹਰੀ ਨਾਲ ਜੁੜ ਜਾਂਦਾ ਹੈ, ਜੁਰੇ ਮੈਨੇ ਜੁੜਨਾ, ਜਿਹੜਾ ਹਰੀ ਨਾਲ ਮਨ ਕਰਕੇ ਜੁੜ ਜਾਂਦਾ ਹੈ। ਤਨ ਕਰਕੇ ਤਾਂ ਅਸੀਂ ਬਥੇਰੇ ਜੁੜੇ ਹੁੰਦੇ ਹਾਂ, ਬਾਣੀ ਪੜ੍ਹ ਰਹੇ ਹਾਂ, ਹੱਥ 'ਚ ਗੁਟਕਾ ਹੈ, ਹੱਥ 'ਚ ਪੋਥੀ ਹੈ, ਪਰ ਮਨ ਜਿਹੜਾ ਹੈ ਉਹ ਕੋਹਲੀ ਸਵੀਰ ਦੇ ਸਮੋਸੇ ਖਾ ਰਿਹਾ ਹੁੰਦਾ, ਮਨ ਕਰਕੇ ਨਹੀਂ ਜੁੜੇ। ਦਸਮ ਪਾਤਸ਼ਾਹ ਦਾ ਲੱਗਾ ਦਰਬਾਰ, ਪੁਰਾਤਨ ਸਿੱਖਾਂ ਬਹੁਤ ਸਾਰਿਆਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਉੱਥੇ ਨਾਰਦ ਰਿਸ਼ੀ ਆ ਗਏ। ਜੇ ਤਾਂ ਫੋਟੋ ਵੇਖੀ ਹੋਵੇ ਫਿਰ ਤਾਂ ਪਤਾ ਲੱਗ ਜੇ ਨਾਰਦ ਜੀ ਨੇ, ਜੇ ਫੋਟੋ ਨਹੀਂ ਵੇਖੀ ਕੀ ਪਤਾ ਕੌਣ ਹੈ। ਨਾਰਦ ਰਿਸ਼ੀ ਜੀ ਆ ਗਏ। ਦਸਮ ਪਾਤਸ਼ਾਹ ਨਾਲ ਕੁਝ ਸਮਾਂ ਗੱਲਬਾਤ ਉਹਨਾਂ ਦੀ ਹੋਈ ਹੈ। ਉਹ 5 ਖੰਭ ਜਿਹੜੇ ਨੇ ਦਸਮ ਪਾਤਸ਼ਾਹ ਨੂੰ ਜਾਂਦੇ ਹੋਏ ਦੇ ਗਏ ਅਤੇ ਅਲੋਪ ਹੋ ਗਏ। ਸਿੱਖ ਪੁੱਛਦੇ ਨੇ ਮਹਾਰਾਜ ਜੀ ਇਹ ਕੌਣ ਸੀ? ਕਹਿੰਦੇ ਭਾਈ ਨਾਰਦ ਰਿਸ਼ੀ ਸਨ। ਕਹਿੰਦੇ ਤੁਹਾਨੂੰ ਕੀ ਦੇ ਗਏ ਨੇ? ਕਿ ਸਾਨੂੰ ਇਹ ਖੰਭ ਦੇ ਗਏ ਨੇ। ਕਹੇ ਜੀ ਅਸੀਂ ਤਾਂ ਕਦੇ ਖੰਭ ਵੇਖੇ ਹੀ ਨਹੀਂ। ਹਾਂ ਕਹਿੰਦੇ ਭਾਈ ਹੁਮਾ ਜਾਨਵਰ ਇੱਕ ਹੁੰਦਾ, ਉਹ ਆਕਾਸ਼ 'ਚ ਹੀ ਰਹਿੰਦਾ, ਆਕਾਸ਼ 'ਚ ਹੀ ਆਂਡੇ ਦਿੰਦਾ, ਆਕਾਸ਼ ਦੇ ਵਿੱਚ ਉਹ 'ਚ ਬੱਚੇ ਪੈਦਾ ਹੁੰਦੇ ਹਨ, ਉਹ ਧਰਤੀ 'ਤੇ ਹੁੰਦੇ ਹੀ ਨਹੀਂ, ਇਸ ਲਈ ਤੁਸੀਂ ਇਹ ਖੰਭ ਨਹੀਂ ਵੇਖੇ। ਕਹੇ ਜੀ ਇਹਨਾਂ 'ਚ ਕੋਈ ਖੂਬੀ ਹੈ? ਹਾਂ ਕਹਿੰਦੇ ਇਹਨਾਂ 'ਚ ਬੜੀ ਖੂਬੀ ਹੈ। ਇਹਨਾਂ ਦਾ ਜਿਹੜੀ ਚੀਜ਼ ਵੀ ਬੰਨ੍ਹ ਕੇ ਉੱਪਰ ਨੂੰ ਚਲਾਓਗੇ ਨਾ, ਇਹ ਖੰਭ ਉਸ ਚੀਜ਼ ਨੂੰ ਆਪਣੇ ਦੇਸ਼ ਵਿੱਚ ਲੈ ਜਾਣਗੇ। ਕਹਿੰਦੇ ਲਓ ਹੁਣੇ ਤੁਹਾਨੂੰ ਵਿਖਾ ਦਿੰਦੇ। ਦਸਮ ਪਾਤਸ਼ਾਹ ਇੱਕ ਸਿੱਖ ਨੂੰ ਕਿਹਾ ਵੀ ਆਹ ਲੈ 5 ਖੰਭ, ਆਹ ਲੈ ਸਾਡੇ 5 ਤੀਰ, ਹਰ ਇੱਕ ਤੀਰ ਦੇ ਲਈ ਇੱਕ ਖੰਭ ਕੁੱਟ ਕੇ ਬੰਨ੍ਹਦੇ। ਜਦੋਂ 5 ਵੱਜ ਗਏ, ਗੁਰੂ ਮਹਾਰਾਜ ਕਹਿੰਦੇ ਸੀ ਵੀ ਸਿੱਧਾ ਹੀ ਆਕਾਸ਼ ਨੂੰ ਇਹ ਤੀਰ ਚਲਾਵਾਂਗੇ।
ਦੇਖਿਓ ਕੋਈ ਹੇਠਾਂ ਡਿੱਗਦਾ। ਗੁਰੂ ਮਹਾਰਾਜ ਵਾਰੀ ਵਾਰੀ ਪੰਜੇ ਦੇ ਪੰਜੇ ਤੀਰ ਉਹ ਖੰਭ ਵਾਲੇ ਆਕਾਸ਼ ਨੂੰ ਚਲਾਤੇ। ਬੜੀ ਦੇਰ ਉਡੀਕਣ ਤੋਂ ਬਾਅਦ ਵੀ ਇੱਕ ਵੀ ਤੀਰ ਹੇਠਾਂ ਨਹੀਂ ਡਿੱਗਿਆ। ਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਖੰਭ ਸਨ ਇਹ ਸਾਡੇ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ ਹਨ। ਇਸ ਲਈ ਗੁਰਮੁਖੋ, ਜੇ ਤੁਸੀਂ ਮਨ ਕਰਕੇ ਬਾਣੀ ਪੜ੍ਹੋਗੇ ਨਾ, ਇਹ ਬਾਣੀ ਵੀ ਤੁਹਾਨੂੰ ਸਰੀਰ ਤਿਆਗਣ ਤੋਂ ਬਾਅਦ ਤੁਹਾਡੀ ਆਤਮਾ ਨੂੰ ਸੱਚਖੰਡ ਲੈ ਜਾਏਗੀ, ਕਿਉਂਕਿ ਬਾਣੀ ਸੱਚਖੰਡ ਤੋਂ ਆਈ ਹੈ। ਮਨ ਕਰਕੇ ਜੁੜਨਾ ਬਾਣੀ ਨਾਲ। ਇਸ ਲਈ ਕਿ ਜਿਹੜਾ ਮਨ ਕਰਕੇ ਪਰਮਾਤਮਾ ਨਾਲ ਜੁੜਿਆ ਹੋਇਆ ਨਾ, ਹਰ ਸਿਉ ਜੁੜੈ ਤਾਂ ਸਭ ਕੋ ਮੀਤ। ਜਿਹੜਾ ਪਰਮਾਤਮਾ ਨਾਲ ਮਨ ਕਰਕੇ ਜੁੜ ਗਿਆ ਉਹ ਤਾਂ ਹਰ ਇੱਕ ਦਾ ਮਿੱਤਰ ਹੈ, ਹਰ ਇੱਕ ਦਾ ਮਿੱਤਰ ਹੈ। ਹੁਣ ਬੇਗਾਨਾ ਲੱਗਦਾ ਹੀ ਨਹੀਂ, ਉਸ ਨੂੰ ਕੋਈ ਬੇਗਾਨਾ ਹੀ ਨਹੀਂ ਲੱਗਦਾ ਹੈ। ਹਰ ਸਿਉ ਜੁੜੈ ਤਾਂ ਨਿਹਚਲ ਚੀਤ। ਜਿਹੜਾ ਪਰਮਾਤਮਾ ਨਾਲ ਮਨ ਕਰਕੇ ਜੁੜ ਜਾਂਦਾ ਹੈ ਉਹਦਾ ਚਿੱਤ, ਉਹਦਾ ਮਨ ਅਡੋਲ ਹੋ ਜਾਂਦਾ ਹੈ। ਨਿਹਚਲ, ਚੱਲ ਹੁੰਦਾ ਚਲਾਏ ਮਾਨ, ਨਿਹਚਲ ਜਿਹੜਾ ਹਿੱਲੇ ਨਾ, ਜਿਹੜਾ ਹਿੱਲੇ ਨਾ, ਉਹਨੂੰ ਅਚਲ ਵੀ ਕਹਿੰਦੇ ਨੇ। ਅਚਲ ਜਾਂ ਨਿਹਚਲ ਇੱਕੋ ਹੀ ਅਰਥ ਹੈ। ਅਡੋਲ ਹੋ ਜਾਂਦਾ ਮਨ, ਉਹਦਾ ਮਨ ਫਿਰ ਡੋਲਦਾ ਨਹੀਂ ਹੈਗਾ। ਹਰ ਸਿਉ ਜੁਰੈ ਨਾ ਵਿਆਪੈ ਕਾੜਾ। ਕਾੜਾ ਹੁੰਦੀ ਚਿੰਤਾ। ਜਿਹੜਾ ਪਰਮਾਤਮਾ ਨਾਲ ਜੁੜ ਗਿਆ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਦੀ ਚਿੰਤਾ ਨਹੀਂ ਤਾਂ ਉਹਨੂੰ ਕਿਵੇਂ ਹੋਏਗੀ। ਜਦੋਂ ਅਸੀਂ ਮਨ ਕਰਕੇ ਪਰਮਾਤਮਾ ਨਾਲ ਜੁੜਾਂਗੇ, ਪਰਮਾਤਮਾ ਨੂੰ ਕੋਈ ਚਿੰਤਾ ਨਹੀਂ, ਇਸ ਲਈ ਆਪਾਂ ਨੂੰ ਵੀ ਕੋਈ ਚਿੰਤਾ ਨਹੀਂ ਰਹੇਗੀ। ਹਰ ਸਿਉ ਜੁੜੇ ਤਾਂ ਹੋਏ ਨਿਸਤਾਰਾ। ਜਿਹੜਾ ਹਰੀ ਦੇ ਨਾਲ ਜੁੜ ਗਿਆ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹਦੇ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਸੋ ਮਨ ਕਰਕੇ ਸਿਮਰਨ ਕਰਨਾ ਹੈ। ਜੁੜਦਾ ਬਹੁਤ ਘੱਟ ਹੈ, ਅਭਿਆਸ ਕਰਦੇ ਰਹਿਣਾ ਹੈ। ਦੇਖਿਆ ਇੱਧਰੋਂ ਜਾਣ ਲੱਗਾ, ਮੁੜ ਕੇ ਫਿਰ ਸ਼ੁਰੂ ਕਰ ਲਓ, ਫਿਰ ਸ਼ੁਰੂ ਕਰ ਲਓ। ਜੇ ਕਿ ਤੁਸੀਂ ਇਸ ਤਰ੍ਹਾਂ ਕਰਨਾ 24 ਘੰਟੇ ਤੁਸੀਂ ਨਿਤਨੇਮ ਹੀ ਨਹੀਂ ਕਰ ਸਕਦੇ। ਮੇਰਾ ਖਿਆਲ ਇੱਕ ਜਪਜੀ ਸਾਹਿਬ ਹੀ ਨਹੀਂ ਹੋਏਗਾ। ਜਿੱਥੋਂ ਮਨ ਉਖੜੇ ਮੁੜ ਕੇ ਇੱਕ ਓਂਕਾਰ ਤੋਂ ਫਿਰ ਸ਼ੁਰੂ ਕਰ ਲਓ ਜਪਜੀ ਸਾਹਿਬ। ਫਿਰ ਉਖੜ ਗਿਆ, ਮੁੜ ਕੇ ਇੱਕ ਓਂਕਾਰ ਤੋਂ ਫਿਰ ਸ਼ੁਰੂ ਕਰ ਲਓ। ਹੌਲੀ ਹੌਲੀ ਮਨ ਕਹੇਗਾ ਵੀ ਇਹ ਨਹੀਂ ਮੈਨੂੰ ਛੱਡਦਾ, ਹੌਲੀ ਹੌਲੀ ਟਿਕਣਾ ਸ਼ੁਰੂ ਕਰ ਦੇਗਾ। ਨਹੀਂ ਤਾਂ ਮਨ ਕਹਿੰਦੇ ਛੇਤੀ ਕਰ, ਚੱਕਦੇ ਫੱਟੇ, ਪੂਰੀ ਸਪੀਡ ਨਾਲ ਕਰ ਪਾਠ, ਫਟਾਫਟ ਫਟਾਫਟ ਚੱਲ ਸੋ ਚੱਲ। ਹੋ ਗਿਆ, ਮਨ ਖੁਸ਼ ਹੈ। ਕਿਉਂ? ਖਾਸ ਸਮੋਸੇ ਖਾਓ ਤਾਂ ਜਲੇਬੀ ਮਠਿਆਈ ਖਾ। ਕਿਉਂਕਿ ਜੇ ਤਾਂ ਅਸੀਂ ਧਿਆਨ ਨਾਲ ਪੜ੍ਹਿਆ ਫਿਰ ਤਾਂ ਮਨ ਸਾਡੇ ਵੱਸ 'ਚ ਹੋ ਜਾਏਗਾ। ਅਤੇ ਮਨ ਹੈਗਾ ਅਵਾਰਾ, ਉਹ ਚਾਹੁੰਦੇ ਨਹੀਂ ਮੈਂ ਕਿਤੇ ਵੱਸ 'ਚ ਹੋਵਾਂ। ਅਵਾਰਾ ਕੁੱਤੇ ਨੂੰ ਤੁਸੀਂ ਬੰਨ੍ਹ ਕੇ ਦੇਖੋ ਕਿਵੇਂ ਟੱਪਦਾ ਉਹ। ਕਦੇ ਰੱਸੀ ਚੜਾਊਗਾ, ਕਦੇ ਅੱਗੇ ਨੂੰ ਜਾਏਗਾ, ਕਦੇ ਪਿੱਛੇ ਨੂੰ ਜਾਏਗਾ, ਕਦੇ ਧੱਕੇ ਮਾਰੇਗਾ। ਐਂ ਅਵਾਰਾ ਮਨ ਹੈ। ਜਦੋਂ ਅਸੀਂ ਧਿਆਨ ਨਾਲ ਬਾਣੀ ਪੜ੍ਹਦੇ ਹਾਂ ਜਾਂ ਸਿਮਰਨ ਕਰਦੇ ਹਾਂ, ਇਹ ਚਾਹੁੰਦਾ ਹੈ ਕਿ ਉਹ ਪਹਿਲੇ ਤਾਂ ਵਕਤ ਖੜਾ ਗਿਆ, ਇਹ ਤਾਂ ਮੈਨੂੰ ਕੰਟਰੋਲ ਕਰ ਲੂਗਾ ਹੌਲੀ ਹੌਲੀ। ਇਹਦਾ ਧਿਆਨ ਭੇਜੋ ਕਿਤੇ ਨਾ ਕਿਤੇ। ਯਾਰ ਕੋਈ 4-5 ਪੌੜੀਆਂ ਜਪਜੀ ਸਾਹਿਬ ਦੀਆਂ ਹੋ ਜਾਂਦੀਆਂ, ਧਿਆਨ ਕਿਤੇ ਹੋਰ ਫਿਰਦਾ, ਮੁੜ ਕੇ ਵਿਚਾਰਾ ਫਿਰ ਉਹਨਾਂ ਨੇ 4 ਪੌੜੀਆਂ ਪੜ੍ਹੀਆਂ ਗਈਆਂ। ਇਸ ਲਈ ਮੈਂ ਦੇਖਿਆ ਕਿਸੇ ਦਾ ਕੋਈ ਵੀ ਪਾਠ 100% ਪੂਰਾ ਨਹੀਂ ਹੁੰਦਾ। ਪਤਾ ਨਹੀਂ ਕਿੰਨੇ ਵਾਰੀ ਵਿੱਚ ਧਿਆਨ ਇੱਧਰ ਉੱਧਰ ਜਾਈਦਾ, ਉਹ ਵਿੱਚੋਂ ਹੀ ਲੰਘ ਗਿਆ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸ਼ੁਰੂ 'ਚ ਨਹੀਂ ਜੁੜਿਆ ਕਰਦਾ, ਯਤਨ ਕਰਦੇ ਰਹਿਣਾ, ਅਭਿਆਸ ਕਰਦੇ ਰਹਿਣਾ। ਅਵਾਰਾ ਨੂੰ ਕੰਟਰੋਲ ਕਰਨਾ। ਜਿਵੇਂ ਤੁਸੀਂ ਦੇਖਿਆ ਹੁਣ ਜਿਹੜੇ ਖੇਤੀਬਾੜੀ ਕਰਦੇ ਹੋ, ਵੈੜਕਾ ਹੋ ਗਿਆ, ਬਲਦ ਬਣ ਗਿਆ ਹੈ। ਹੁਣ ਉਹਨੂੰ ਪਹਿਲੀ ਵਾਰ ਹਲੀ ਜੋਣਾ ਹੈ। ਉਹਦੇ ਨਾਲ ਇੱਕ ਬੜਾ ਟ੍ਰੇਨਡ ਉਮਰ ਦਾ ਜਿਹੜਾ ਹੈ ਬਲਦ ਜੋੜਿਆ ਜਾਂਦਾ, ਵੱਡੀ ਉਮਰ ਦਾ ਬਲਦ ਜੋੜਿਆ ਜਾਂਦਾ। ਇੱਕ ਬਲਦ ਬਹੁਤ ਸਿਆਣਾ ਉਹਦੇ ਨਾਲ ਜੋੜਿਆ ਜਾਂਦਾ ਹੈ। ਉਹ ਕੀ ਕਰੇਗਾ? ਬੈਠ ਕਦੇ ਇੱਧਰ ਮਾਰੇਗਾ ਧੱਕਾ ਵੀ ਮੈਂ ਜੀ ਅਰਲੀ ਹੈ 45 ਨੂੰ ਪਾਈ ਹੋਈ, ਉਹ ਤੋੜਦਾ, ਬਾਹਰ ਕੱਢ ਲਾ ਸਿਰ ਪਰ ਤੋੜ। ਕਦੇ ਅੱਗੇ ਨੂੰ ਕਰੂਗਾ, ਕਦੇ ਪਿੱਛੇ ਨੂੰ ਕਰੇਗਾ। ਹਾਂਜੀ, ਕਿਸੇ ਦਾ ਮੇਰਾ ਖੜਾ ਛੁੱਟ ਜੇ,
ਪਰ ਉਹ ਜਿਹੜਾ ਨਾਲ ਵਾਲਾ ਬਲਦ ਹੈ ਉਹ ਕੰਟਰੋਲ ਕਰੀ ਰੱਖਦਾ, ਹੌਲੀ 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 ਫਿਰ ਠੀਕ ਹੋ ਜਾਂਦਾ। ਐਂ ਤੁਸੀਂ ਘੋੜੇ ਦੀ ਸਵਾਰੀ ਕਰਨੀ ਹੈ, ਪਹਿਲੀ ਵਾਰੀ ਤੁਸੀਂ ਬੈਠੋ, ਉਹ ਤੁਹਾਨੂੰ ਬਹਿਣ ਨਹੀਂ ਦੇ, ਟੱਪੀ ਜਾਏਗਾ, ਹਿੱਲੀ ਜਾਏਗਾ ਵੀ ਤੁਸੀਂ ਕਿਸ ਤਰ੍ਹਾਂ ਡਿੱਗ ਪਓ। ਹਾਂਜੀ, ਪਰ ਜੇ ਤੁਸੀਂ ਮਜ਼ਬੂਤ ਪੈਰਾਂ ਨਾਲ ਬੈਠੇ ਹੋਏ, ਚੰਗੀ ਤਰ੍ਹਾਂ ਉਹਦੇ ਢਿੱਡ ਨੂੰ ਤੁਸੀਂ ਪੈਰਾਂ ਨਾਲ ਜੱਫੀ ਪਾ ਰੱਖੀ ਹੈ, ਫਿਰ ਉਹ ਡੇਗ ਨਹੀਂ ਸਕੇਗਾ। ਹੌਲੀ 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 ਉਹੀ ਘੋੜਾ ਫਿਰ ਤੁਹਾਡਾ ਜਿਹੜਾ ਹੈ ਰਖਵਾਲਾ ਹੋ ਜਾਏਗਾ। ਸੋ ਇਸੇ ਤਰ੍ਹਾਂ ਇਹ ਮਨ ਹੈ, ਹੌਂਸਲਾ ਨਹੀਂ ਛੱਡ ਦੇਣਾ ਮੇਰਾ ਮਨ ਲੱਗਦਾ ਨਹੀਂ ਹੈ ਜੀ, ਨਹੀਂ। ਸਾਨੂੰ ਗੁਰੂ ਮਾਂ ਨੇ ਕਿਹਾ ਭਜਨ ਬੰਦਗੀ ਕਰਨੀ, ਬਸ ਕਰਨੀ ਹੈ, ਮਨ ਲੱਗੇ ਨਾ ਲੱਗੇ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ। ਜਦੋਂ ਅਸੀਂ ਭਜਨ ਬੰਦਗੀ ਕਰੀ ਜਾਵਾਂਗੇ ਕਰੀ ਜਾਵਾਂਗੇ ਕਰੀ ਜਾਵਾਂਗੇ, ਗੁਰੂ ਮਹਾਰਾਜ ਕਹਿਣਗੇ ਇਹ ਬੰਦਾ ਮਨ ਦੇ ਆਖੇ ਨਹੀਂ ਲੱਗ ਰਿਹਾ, ਮੇਰੇ ਆਖੇ ਲੱਗ ਰਿਹਾ, ਫਿਰ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ। ਜੇ ਅਸੀਂ ਮਨ ਦੇ ਆਖੇ ਲੱਗਾਂਗੇ ਵਿੱਚ ਹੀ ਛੱਡ ਜਾਵਾਂਗੇ। ਉਹ ਯਾਰ ਮਨ ਲੱਗਦਾ ਤਾਂ ਹੈ ਨਹੀਂ, ਕੀ ਫਾਇਦਾ। ਬਾਬੇ ਕਹਿੰਦੇ ਵੀ ਊਨੇ ਹੀ ਪ੍ਰਵਾਨ ਹੈ ਜਿੰਨਾ ਮਨ ਲੱਗੇਗਾ, ਮਨ ਲੱਗਦਾ ਨਹੀਂ, ਛੱਡੋ ਪਰ ਬਸ ਮਨ ਖੁਸ਼ ਹੈ, ਕੋਈ ਛਡਾਤਾ ਉਹਨੇ। ਅਤੇ ਜੇ ਅਸੀਂ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ, ਗੁਰੂ ਮਾਰ ਕੇ ਹਾਂ ਇਹ ਸਿੱਖ ਮੇਰੀ ਮੰਨ ਕੇ ਲੱਗਾ ਹੋਇਆ ਹੈ, ਅਤੇ ਕਿਸੇ ਦੇ ਫਿਰ ਗੁਰੂ ਮਾਰੇ ਕਿਰਪਾ ਕਰਕੇ ਮਨ ਬਸ 'ਚ ਕਰ ਦੇਣਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ। ਸੋ ਗੁਰੂ ਮਹਾਰਾਜ ਕਹਿੰਦੇ ਰੇ ਮਨ ਮੇਰੇ ਤੂੰ ਹਰਿ ਸਿਉ ਜੋਰ। ਹੇ ਮੇਰੇ ਮਨ ਤੂੰ ਆਪਣੇ ਆਪ ਹਰੀ ਨਾਲ ਜੁੜ, ਆਪਣੇ ਮਨ ਨੂੰ ਹਰੀ ਨਾਲ ਜੋੜ। ਕਾਜ ਤੁਹਾਰਾ ਨਾਹੀਂ ਹੋਰ, ਹੋਰ ਕੋਈ ਕੰਮ ਤਾਂ ਤੁਹਾਡੇ ਕੰਮ ਦਾ ਹੀ ਨਹੀਂ ਹੈਗਾ। ਹੋਰ ਜੋ ਤੁਸੀਂ ਕਾਜ ਕਰ ਰਹੇ ਹੋ, ਕਰਮ ਕਰ ਰਹੇ ਹੋ, ਉਹ ਤਾਂ ਤੁਹਾਡੇ ਕੰਮ ਦਾ ਹੀ ਨਹੀਂ ਹੈਗਾ। ਅਸਲ ਕੰਮ ਦਾ ਤਾਂ ਇਹ ਹੈ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨਾ। ਵੱਡੇ ਵੱਡੇ ਜੋ ਦੁਨੀਆਦਾਰ ਅਮੀਰਾਂ ਨੂੰ ਕਹਿੰਦੇ ਨੇ, ਕਾਹੂ ਕਾਜ ਨਾਹੀਂ ਗਾਵਾਰ, ਹਰ ਕਾ ਦਾਸ ਨੀਚ ਕੁਲ ਸੁਣੇ, ਤਿਸ ਕੈ ਸੰਗ ਖਿਨ ਮੈਂ ਉਧਰੇ। ਇਹ ਜਿਹੜੇ ਵੱਡੇ ਵੱਡੇ ਦੁਨੀਆਦਾਰ ਹੋਏ, ਕਰੋੜਾਂਪਤੀ, ਅਰਬਾਂਪਤੀ, ਖਰਬਾਂਪਤੀ, ਬੜੇ ਜਗੀਰਾਂ ਵਾਲੇ, ਜਾਇਦਾਦਾਂ ਵਾਲੇ, ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀਂ ਗਵਾ। ਤਿੰਨ ਸ਼ਬਦ ਗੁਰਬਾਣੀ ਦੇ ਜਾਹੂ ਕਾਹੂ ਤਾਹੂ, ਇਹ ਤਿੰਨੋਂ ਬਿਨਾਂ ਟਿੱਪੀ ਤੋਂ ਬੋਲੇ ਨੇ। ਕਾਹੂ ਮੈਨੇ ਕਿਸੇ ਵੀ, ਹੇ ਗਵਾਰ, ਹੇ ਮੂਰਖ, ਇਹ ਜਿਹੜੀ ਜਾਇਦਾਦਾਂ ਨੇ, ਜਿਹੜਾ ਧਨ ਦੌਲਤ ਹੈ, ਇਹ ਤਾਂ ਕਿਸੇ ਕੰਮ ਹੀ ਨਹੀਂ ਤੇਰੇ ਆਉਣਾ। ਇਹ ਤੇਰੀ ਆਤਮਾ ਦੇ ਕੰਮ ਨਹੀਂ ਆਉਣਾ। ਫਿਰ ਕਹਿੰਦੇ ਹਰ ਕਾ ਦਾਸ ਨੀਚ ਕੁਲ ਸੁਣੇ। ਹਰੀ ਦਾ ਭਗਤ ਜਿਹੜਾ ਹੈ, ਭਾਵੇਂ ਨੀਚ ਕੁਲ ਦਾ ਕਿਉਂ ਨਾ ਹੋਵੇ, ਨੀਵੀਂ ਜਾਤ ਦਾ ਕਿਉਂ ਨਾ ਹੋਵੇ, ਤਿਨ ਕੈ ਸੰਗ ਖਿਨ ਮੈਂ ਉਧਰੇ। ਇਹ ਜੇ ਦੁਨੀਆਦਾਰ ਉਹਦੀ ਕਿਤੇ ਸੰਗਤ ਕਰਨ ਲੱਗ ਜਾਣ, ਇਹਨਾਂ ਦਾ ਵੀ ਪਾਰ ਉਤਾਰਾ ਜਾਵੇ, ਇਹਨਾਂ ਦਾ ਵੀ ਪਾਰ ਉਤਾਰਾ ਹੋ ਜਾਵੇਗਾ। ਕੋਟ ਮਜਨ ਜਾ ਕੈ ਸੁਣ ਨਾਮ, ਕੋਟ ਪੂਜਾ ਜਾ ਕੈ ਹੈ ਧਿਆਨ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਧ ਜਾਣੀ। ਮੱਜਨ ਤੀਰਥ ਇਸ਼ਨਾਨ ਨੂੰ ਕਹਿੰਦੇ ਨੇ। ਜਾ ਕੇ ਸੁਣਨਾ, ਪਰਮਾਤਮਾ ਦਾ ਨਾਮ ਸੁਣਨਾ ਇਸ ਤਰ੍ਹਾਂ ਜਿਵੇਂ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲੈਣਾ। ਜਿਹੜਾ ਤੁਸੀਂ ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ, ਤੀਰਥਾਂ ਦੇ ਇਸ਼ਨਾਨ ਕਿਉਂ ਲੋਕ ਕਰਦੇ ਨੇ? ਕਿ ਉਹਨਾਂ ਦਾ ਮਨ ਪਵਿੱਤਰ ਹੋ ਜਾਵੇ। ਬਾਣੀ ਕਹਿੰਦੇ ਨਹੀਂ, ਪਰਮਾਤਮਾ ਦਾ ਨਾਮ ਜਿਹੜਾ ਸੁਣ ਲੈਣਾ, ਇਹ ਤਾਂ ਕਰੋੜਾਂ ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ। ਇੱਕ ਅੱਧੇ ਤੀਰਥ ਇਸ਼ਨਾਨ ਨਹੀਂ, ਕਰੋੜਾਂ ਤੀਰਥ ਇਸ਼ਨਾਨ ਦੇ ਬਰਾਬਰ ਹੈ। ਕੋਟ ਪੂਜਾ ਜਾ ਕੇ ਹੈ ਧਿਆਨ, ਪਰਮਾਤਮਾ ਨਾਲ ਧਿਆਨ ਜੋੜਨਾ ਇਸ ਤਰ੍ਹਾਂ ਕਰੋੜਾਂ ਦੇਵੀ ਦੇਵਤਿਆਂ ਦੀ ਪੂਜਾ ਕਰ ਲੈਣਾ। ਇਹਨਾਂ ਫਲ ਹੈ ਧਿਆਨ ਨਾਲ ਸਿਮਰਨ ਕਰਨਾ, ਧਿਆਨ ਨਾਲ ਬਾਣੀ ਪੜ੍ਹਨਾ। ਕੋਟ ਪੁੰਨ ਸੁਣ ਹਰ ਕੀ ਬਾਣੀ, ਹਰੀ ਦੀ ਬਾਣੀ ਸੁਣਨ ਨਾਲ ਐਂ ਸੁਣ ਤੁਸੀਂ ਕਰੋੜਾਂ ਪੁੰਨ ਕਰ ਲਏ। ਕਰੋੜਾਂ ਪੁੰਨ ਕਰਨ ਦਾ ਜਿਹੜਾ ਫਲ ਹੈ ਉਹ ਤਾਂ ਪਰਮਾਤਮਾ ਦੀ ਬਾਣੀ ਸੁਣਨ ਨਾਲ ਹੀ ਹੈ। ਇਸ ਲਈ ਜਿੱਥੇ ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਕੰਨਾਂ ਨਾਲ ਸੁਣਦੇ ਵੀ ਹਾਂ। ਕੋਈ ਹੋਰ ਬਾਣੀ ਪੜ੍ਹ ਰਿਹਾ, ਉਹਨੂੰ ਆਪਾਂ ਸੁਣਦੇ ਹਾਂ।
ਸੁਣਨ ਦੇ ਕਰੋੜਾਂ, ਜਿਹੜਾ ਇੰਨਾ ਫਲ ਉਸ ਤੋਂ, ਜਿਵੇਂ ਕਰੋੜਾ ਪੁੰਨ ਕਰ ਲਏ ਹੁਣ ਇੰਨਾ ਫਲ ਹੈ ਬਾਣੀ ਨੂੰ ਸੁਣਨਾ। ਕੋਟ ਫਲਾ ਗੁਰ ਤੇ ਵਿਧ ਜਾਣੀ, ਜਿਹਨੇ ਜੀਵਨ ਜਿਉਣ ਦੀ ਵਿਧੀ, ਪਰਮਾਤਮਾ ਦੀ ਪ੍ਰਾਪਤੀ ਦੀ ਵਿਧੀ ਗੁਰੂ ਤੋਂ ਜਾਣ ਲਈ, ਉਹਨੂੰ ਦੇ ਕਰੋੜਾਂ ਫਲਾਂ ਦਾ, ਐ ਸੁਣੀ ਨੂੰ ਕਰੋੜਾਂ ਫਲ ਮਿਲ ਗਏ, ਇੰਨਾ ਫਲ ਮਿਲਦਾ ਹੈ। ਸਤਿਕਾਰਯੋਗ ਸਾਧ ਸੰਗਤ, ਇਸ ਲਈ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਬੜੇ ਧਿਆਨ ਨਾਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਧਿਆਨ ਇੱਧਰ ਉੱਧਰ ਜਾਏਗਾ, ਉਕਤਾ ਨਹੀਂ ਜਾਣਾ, ਹੌਸਲਾ ਨਹੀਂ ਛੱਡ ਦੇਣਾ। ਇਹੀ ਕਹਿਣਾ ਕਿ ਧਿਆਨ ਤਾਂ ਮੇਰੇ ਵੱਸ 'ਚ ਹੀ ਨਹੀਂ, ਆਪੇ ਗੁਰੂ ਮਹਾਰਾਜ ਕਿਰਪਾ ਕਰਦੇ। ਉਹਨਾਂ ਅੱਗੇ ਬੇਨਤੀ ਕਰੇ, ਸੱਚੇ ਪਾਤਸ਼ਾਹ ਇਹ ਧਿਆਨ ਮੇਰੇ ਵੱਸ 'ਚ ਨਹੀਂ, ਤੁਸੀਂ ਟਿਕਾਉਣਾ ਹੈ, ਤੁਸੀਂ ਮੇਰੇ 'ਤੇ ਕਿਰਪਾ ਕਰਨਾ। ਮੈਂ ਤੁਹਾਡੀ ਬਾਣੀ ਪੜ੍ਹ ਰਿਹਾ, ਮੈਂ ਤੁਹਾਡਾ ਹੀ ਨਾਮ ਜਪ ਰਿਹਾ। ਇੱਕ ਦਿਨ ਗੁਰੂ ਮਹਾਰਾਜ ਫਿਰ ਕਿਰਪਾ ਕਰਦੇ, ਸੱਚੇ ਦਿਲੋਂ ਅਰਦਾਸਾਂ ਕਰਦੇ ਰਹੀਦੇ, ਕਰਦੇ ਰਹੀਦੇ, ਕਰਦੇ ਰਹੀਦੇ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ